कहानी त्रिकाल संध्या। कहानीकार दीप देवेंद्र। आवाज़ सीमा गरेवाल। पिछले कई दिनों तो घर च ਪਿਆ ਕਲੇਸ਼ ਖਾਨਾ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ। ਮੈਂ ਹਰ ਹੀਲਾ ਵਰਤ ਕੇ ਵੇਖ ਲਿਆ, ਪਿਆਰ ਵਾਲਾ ਵੀ ਤੇ ਗੁੱਸੇ ਵਾਲਾ ਵੀ। ਮਾਹੌਲ ਸੁਲਝਣ ਦੀ ਬਜਾਏ ਹੋਰ ਉਲਝਦਾ ਜਾਂਦਾ ਹੈ। ਹੁਣ ਤਾਂ ਘਰ ਅੰਦਰਲਾ ਰੌਲਾ ਦਰਵਾਜ਼ੇ ਖਿੜਕੀਆਂ ਤੇ ਕੰਧਾਂ ਤੋਂ ਵੀ ਬਾਹਰ ਸੁਣਾਈ ਦੇਣ ਲੱਗ ਪਿਆ। ਆਂਢੀ ਗੁਆਂਢੀ ਕੰਨ ਲਾ ਲਾ ਕੇ ਸੁਣਦੇ ਆ ਤੇ ਵਿੱਚੋਂ ਵਿੱਚ ਚਿੜਗਲੀਆਂ ਮਾਰਦੇ ਆ। ਕਈ ਵਾਰ ਬਾਹਰ ਅੰਦਰ ਨਿਕਲਦਿਆਂ ਗਲੀ ਵਿੱਚੋਂ ਦੀ ਅੱਖਾਂ ਨੀਵੀਆਂ ਕਰਕੇ ਕੰਨ ਵਲੇਟ ਕੇ ਜਾਂਦੇ ਨੂੰ ਕੋਈ ਨਾ ਕੋਈ ਆਵਾਜ਼ ਮਾਰ ਪਏਗਾ, ਅਖੇ ਸਰਦਾਰ ਸਾਹਿਬ ਬੜਾ ਰੰਗ ਉੱਡੇ ਉੱਡੇ ਜਿਹਾ ਲੱਗਦਾ, ਕੀ ਗੱਲ? ਹੁਣ ਤਾਂ ਸਗੋਂ ਖੁਸ਼ ਰਹਿਣ ਦਾ ਵੇਲਾ। ਹਾਂ, ਇਹ ਸੁਣ ਕੇ ਮੈਨੂੰ ਕੋਈ ਜਵਾਬ ਨਹੀਂ ਔੜਦਾ। ਕਿਉਂ ਐਵੇਂ ਗੱਲ ਆਲੇ ਟਾਲੇ ਪਾ ਕੇ ਖੇੜਾ ਛੁਡਾਉਂਦਾ ਅਗਲੇ ਤੋਂ, ਤੇ ਝੂਠੇ ਜੇ ਪੈਰੀਂ ਤੁਰਦਿਆਂ ਸੋਚਦਾ ਕਿ ਹਰ ਕੋਈ ਖੁਸ਼ ਰਹਿਣ ਲਈ ਹੱਥ ਪੈਰ ਤਾਂ ਮਾਰਦਾ ਹੀ ਹੈ ਨਾ, ਜਿਵੇਂ ਮੈਂ ਮਾਰੀ ਜਾਂਦਾ। ਇਸੇ ਕਰਕੇ ਦੋਹਾਂ ਨਿਆਣਿਆਂ ਨੂੰ ਵੱਖੋ ਵੱਖ ਸਮਝਾਉਣ ਦੀ ਕੋਸ਼ਿਸ਼ ਕਰਦਾ ਆਪਣੀ ਅਕਲ ਮੁਜਬ। ਪਰ ਅੱਜ ਕੱਲ੍ਹ ਦੇ ਅਗਲਾ ਪੋਸ਼ ਕਿੱਥੇ ਸੁਣਦਾ ਹੈ, ਅੱਗੇ ਵੱਢ ਖਾਣ ਨੂੰ ਪੈਂਦੇ ਆ। ਪਹਿਲਾਂ ਤਾਂ ਇਹ ਵੀ ਦੋਵੇਂ ਦਲੀਲਾਂ ਜਾਂ ਘੂਰੀ ਨੂੰ ਸਮਝਦੇ ਸਨ, ਹੁਣ ਤਾਂ ਟਿੱਚ ਜਾਣਨ ਲੱਗੇ ਨੇ। ਉਂਝ ਵੀ ਮੁੰਡਾ ਹੁਣ ਆਪ ਹਵਾਣੀ ਹੋਇਆ ਪਿਆ, ਮੇਰੇ ਤੋਂ ਵੀ ਜ਼ਰਾ ਮਾਸਾ ਸਿਰ ਕੱਢਦਾ, ਤੇ ਕੁੜੀ ਸਿਮਰਨ ਉਹਦੇ ਤੋਂ ਵੀ ਬੜਾ ਵਰਾ ਡੇਢ ਵਰਾ ਹੋਰ ਵੱਡੀ ਹੈ। ਮੈਂ ਕਈ ਵਾਰ ਠਰਮੇ ਨਾਲ ਆਵਾਜ਼ ਮਾਰ ਕੇ ਕੋਲ ਬਿਠਾਉਣਾ, ਜਿਵੇਂ ਉਸ ਦਿਨ ਵੀ ਵਿਹੜੇ 'ਚ ਵਿਟਰੇ ਵਿਟਰੇ ਫਿਰਦੇ ਮੁੰਡੇ ਨੂੰ ਮੈਂ ਪਿਓਂ ਵਾਲਾ ਹੰਮਾ ਜਤਾਉਂਦਿਆਂ ਮੋਢੇ ਤੋਂ ਦੀ ਬਾਂਹ ਦੇ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ, ਤੇ ਹਲੀਮੀ ਜੀ ਨਾਲ ਕਿਹਾ ਸੀ ਕਿ ਜਗਰੂਪ ਤੂੰ ਨਿਆਣਾ ਨਹੀਂ, ਹੁਣ ਸਭ ਕੁਝ ਸਮਝਦਾ ਹੈ। ਉੱਚੇ ਨੀਵੇਂ ਥਾਂ ਦੀ ਸੋਝੀ ਹੈ ਤੈਨੂੰ। ਛੋਟੇ ਜਵਾਕਾਂ ਦੀ ਤਰ੍ਹਾਂ ਵਾਰ-ਵਾਰ ਸਮਝਾਉਂਦਾ ਚੰਗੇ ਨਹੀਂ ਲੱਗੀਦਾ ਬੇਟਾ। ਤੂੰ ਆਪ ਵੇਖ ਵੀ ਜਵਾਨ ਕੁੜੀ ਆ ਘਰ 'ਚ, ਭਾਵੇਂ ਅੱਜ ਨਾ ਧਰ ਲਈ ਕਿਤੇ ਮੰਗਣ ਵਿਆਹੁਣ ਦਾ। ਸਾਨੂੰ ਹੁਣ ਰਲ ਮਿਲ ਕੇ ਘਰ ਦੀਆਂ ਇਹਨਾਂ ਜ਼ਿੰਮੇਦਾਰੀਆਂ ਵੱਲ ਤਵੱਜੋ ਦੇਣੀ ਚਾਹੀਦੀ ਹੈ। ਮੇਰੀ ਪੂਰੀ ਗੱਲ ਸੁਣੇ ਬਗੈਰ ਮੋਢੇ ਛੱਡਦਾ ਉੱਠ ਖੜਿਆ ਤੇ ਅੱਗੋਂ ਤਲਖੀ ਨਾਲ ਬੋਲਿਆ ਸੀ, ਤੁਹਾਨੂੰ ਕਾਹਦੀ ਚਿੰਤਾ ਇਹਨਾਂ ਗੱਲਾਂ ਦੀ? ਤੁਸੀਂ ਆਪਣੇ ਬੁੱਲੇ ਲੁੱਟੋ ਜਿਵੇਂ ਲੁੱਟ ਰਹੇ ਜੇ। ਗੱਲਾਂ ਕਰਦੇ ਆ ਤੇ ਹੋਰ ਮੂੰਹ 'ਚ ਬੁੜਬੁੜ ਕਰਦਿਆਂ ਕਈ ਕੁਝ ਵੱਲਾ ਸਵਾਲਾ ਕਿਹਾ ਗਿਆ ਸੀ। ਭਾਵੇਂ ਮੈਨੂੰ ਬਾਕੀ ਦਾ ਸਾਰਾ ਕੁਝ ਨਾ ਵੀ ਸੁਣਾਈ ਦਿੱਤਾ ਹੋਵੇ, ਫਿਰ ਵੀ ਉਹਦੇ ਗੁਸੈਲ ਚਿਹਰੇ ਤੋਂ ਉਹਦੇ ਕਹੇ ਅਣਕਹੇ ਦੇ ਅਰਥਾਂ ਦੀ ਸੋਝੀ ਹੈ ਮੈਨੂੰ। ਮੈਂ ਕਿੰਨਾ ਚਿਰ ਝਾਕਦਾ ਰਹਿਣਾ ਉਹਦੇ ਤਣੇ ਹੋਏ ਚਿਹਰੇ ਵੱਲ, ਤੇ ਫਿਰ ਮੇਰੀਆਂ ਆਪਣੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ ਗੱਭਰੂ ਪੁੱਤ ਦੇ ਸਾਹਮਣੇ। ਸਿਮਰਨ ਦੀ ਵੀ ਪੂਰੀ ਰਾਏ ਹੈ ਇਹਦੇ ਨਾਲ। ਮੂੰਹੋਂ ਭਾਵੇਂ ਇਹਦੇ ਵਾਂਗ ਕੁਝ ਵੀ ਨਾ ਕਵੇ, ਫਿਰ ਵੀ ਰਸੋਈ 'ਚ ਬੜੀ ਐਵੇਂ ਭਾਂਡੇ ਚੁੱਕ ਮਾਰੀ ਜਾਊ। ਕੰਮ ਧੰਦਾ ਕਰਦਿਆਂ ਮੇਰੇ ਹੁੰਦਿਆਂ ਮੱਥੇ ਤੇ 1000 ਤਿਉੜੀਆਂ ਪਾ ਕੇ ਰੱਖਦੀ ਹੈ। ਜਵਾਨ ਜਹਾਨ ਧੀ ਨੂੰ ਘੂਰੀ ਵੀ ਤੇ ਨਹੀਂ ਵੱਟ ਹੁੰਦੀ ਨਾ। ਬੀਬਾ ਲੱਲਾ ਕਰਕੇ ਵਕਤ ਟਪਾਉਣਾ ਕਿ ਨਿਆਣੀ ਸਿਆਣੀ ਉਮਰ ਹੈ ਇਹਨਾਂ ਦੀ, ਹੌਲੀ ਹੌਲੀ ਸਮਝ ਜਾਣਗੇ ਸਾਰਾ ਕੁਝ। ਪਰ ਇਹ ਦੋਵੇਂ ਜਿਵੇਂ ਮੈਂ ਇਹਨਾਂ ਦਾ ਪਿਓ ਨਹੀਂ, ਕੋਈ ਸੱਤ ਬਗਾਨਾ ਹੁੰਨਾ। ਗੱਲ ਤੇ ਸ਼ਰੀਕਾਂ ਵਾਂਗ ਮਿਹਣੇ ਦੇਣ ਵਰਗੀਆਂ ਤੋਮਤਾਂ ਕੱਸਦੇ ਰਹਿਣਗੇ।
ਕਦੀ ਕਹਿਣਗੇ ਸੱਜਣ ਫੱਬਣ ਦੀ ਵੀ ਉਮਰ ਤੇ ਸਲੀਕਾ ਹੁੰਦਾ। ਤੀਜੇ ਦਿਨ ਵਾਲ ਡਾਈ ਕਰਨ ਨਾਲ ਉਮਰ ਦਾ ਨਹੀਂ ਨਾ ਲੁਕ ਜਾਂਦੀ ਬੰਦੇ ਦੀ। ਹੋਰ ਰਵਾਂਗੀ ਵਾਲ ਉਮਰ ਨਾਲ ਚਿੱਟੇ ਹੋਏ ਆ, ਧੁੱਪ ਨਾਲ ਤਾਂ ਨਹੀਂ ਹੋਏ ਨਾ। ਹੋਰ ਤਾਂ ਹੋਰ, ਹੁਣ ਤਾਂ ਕਿਸੇ ਏਜੰਸੀ ਵਾਂਗ CID ਕਰਦੇ ਰਹਿੰਦੇ ਮੇਰੇ ਪਿੱਛੇ ਪਿੱਛੇ। ਬਾਹਰੋਂ ਘਰ ਆਏ ਨੂੰ ਪਾਣੀ ਧਾਣੀ ਬਾਅਦ ਚ ਪੁੱਛਣਗੇ, ਪਹਿਲਾਂ ਉਹ ਹੋਰ ਹੀ ਟੇਢੇ ਮੇਢੇ ਜਿਹੇ ਸਵਾਲ ਕਰੀ ਜਾਣਗੇ, ਕਿਸੇ ਮੁਜਰਮ ਦੀ ਤਫਤੀਸ਼ ਕਰਨ ਵਾਲਿਆਂ ਵਾਂਗ। ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਪੁੱਛਣਗੇ ਕਿ ਡੈਡੀ, ਕੰਪਨੀ ਬਾਗ ਲਾਗੇ ਕਾਲੇ ਰੰਗ ਦੀ ਚੁੰਨੀ ਵਾਲੀ ਆਂਟੀ ਕੌਣ ਸੀ ਤੁਹਾਡੇ ਮੋਟਰਸਾਈਕਲ ਦੇ ਪਿੱਛੇ ਬੈਠੀ ਜਾ ਰਹੀ? ਮੇਰੇ ਫਰੈਂਡ ਨੇ ਫੋਨ ਕਰਕੇ ਦੱਸਿਆ ਸੀ ਉਤੋਂ। ਕੱਲ ਦੇ ਨਿਆਣੇ ਗੱਲਾਂ ਗੱਲਾਂ 'ਚ ਸਿਆਣੇ ਬਹਿਣੇ ਨੂੰ ਝੂਠਾ ਕਰੀ ਜਾਣਗੇ। ਮੈਂ ਤਾਂ ਸੁਣ ਕੇ ਹੱਕਾ ਬੱਕਾ ਹੋਇਆ, ਨੀਵੀਂ ਕਰਕੇ ਇਹ ਸੋਚਣ ਲੱਗਦਾ ਕਿ ਉਮਰ ਤਾਂ ਮੇਰੀ ਇਹਨਾਂ ਉੱਤੇ ਨਜ਼ਰ ਰੱਖਣ ਦੀ। ਉਲਟਾ ਹੀ ਹਰ ਵੇਲੇ ਮੇਰੀ ਨਜ਼ਰਸਾਨੀ ਕਰਦੇ ਰਹਿੰਦੇ ਆ। ਮੈਨੂੰ ਭੋਏ ਵੱਲ ਵੇਂਦੇ ਨੂੰ ਫਿਰ ਮੁੰਡਾ ਕਹਿਣ ਲੱਗਿਆ, ਡੈਡ, ਪੈਰਾਂ ਵੱਲ ਕਾਹਤੋਂ ਝਾਕੀ ਜਾਂਦੇ ਜੇ? ਸਿਰ ਉੱਚਾ ਚੁੱਕ ਕੇ ਗੱਲ ਕਰੀ ਦੀ ਆ, ਅਗਲੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ। ਹਾਂ, ਤੇ ਦੂਜੀ ਗੱਲ ਸੁਣ ਧਿਆਨ ਨਾਲ, ਬਾਹਰ ਫਿਰਦੇ ਵੇਲੇ ਸਾਨੂੰ ਵੀ ਚਿੱਤ ਖਿਆਲ 'ਚ ਰੱਖਿਆ ਕਰੋ। ਰੱਖ ਲਿਆ ਕਰੋ ਸਾਨੂੰ ਵੀ ਚਿੱਤ ਖਿਆਲ 'ਚ। ਗਲੀ ਮੁਹੱਲੇ ਤੇ ਆਪਣੇ ਸਕੂਲ ਕਾਲਜ 'ਚ ਅਸੀਂ ਵੀ ਸਿਰ ਚੁੱਕ ਕੇ ਆਉਣਾ ਜਾਣਾ ਹੁੰਦਾ ਕੱਲ ਨੂੰ। ਇਹਨਾਂ ਦੇ ਅਜਿਹੇ ਵਰਤਾਰਿਆਂ ਕਰਕੇ ਮੈਨੂੰ ਅੱਜ ਕੱਲ੍ਹ ਦੇ ਇਹਨਾਂ ਨਿਆਣਿਆਂ ਦੀ ਸਮਝ ਨਹੀਂ ਆਉਂਦੀ। ਅਸੀਂ ਵੀ ਤਾਂ ਇਹਨਾਂ ਉਮਰਾਂ 'ਚੋਂ ਗੁਜ਼ਰੇ ਆ ਨਾ। ਉਹਨਾਂ ਵੇੜਿਆਂ 'ਚ ਮੂੰਹ ਤੇ ਦਾੜੀ ਆਉਣ ਉਤਰਦੀ ਸੀ, ਪਰ ਮਾਂ-ਬਾਪ ਦੇ ਸਾਹਮਣੇ ਕਿਤੇ ਅੱਖ ਚੁੱਕ ਕੇ ਵੇਖਣ ਦੀ ਜ਼ਰੂਰਤ ਨਹੀਂ ਸੀ ਹੁੰਦੀ, ਅੱਖ ਚੁੱਕ ਕੇ ਵੇਖਣ ਦੀ। ਤੇ ਹੁਣ ਇਹ ਦੋਵੇਂ ਪਿਓ ਦੇ ਪਿਓ ਬਣ ਕੇ ਤਨੂਆਂ ਕੱਢਦਿਆਂ ਕੁਝ ਨਾ ਕੁਝ ਪੁੱਛਦੇ ਰਹਿਣਗੇ, ਤੇ ਪੁੱਛਣਗੇ ਵੀ ਉਹ ਜਿਹਾ ਜਿਹਨੂੰ ਸੁਣ ਕੇ ਹਮੇਸ਼ਾ ਮੇਰੇ ਬੁੱਲਾਂ ਤੇ ਪਲੱਤਣ ਜੰਮੀ ਰਹਿੰਦੀ ਹੈ। ਇਸੇ ਲਈ ਤਾਂ ਮੈਂ ਇਹਨਾਂ ਸਾਹਮਣੇ ਹਰ ਕਦਮ ਫੂਕ ਕੇ ਰੱਖਦਾ। ਹੁਣ ਤਾਂ ਕਈ ਵਾਰ ਆਪਣੇ ਫੋਨ ਤੇ ਆਈ ਕਿਸੇ ਕੰਪਨੀ ਦੀ ਅਣਚਾਹੀ ਕਾਲ ਜਾਣਦਿਆਂ ਪੁੱਛਦਿਆਂ ਵੀ ਡਰਦਾ ਮਾਰਿਆ ਇਹਨਾਂ ਦੇ ਸਾਹਮਣੇ ਕੱਟਦਾ ਨਹੀਂ, ਸਗੋਂ ਦੋ ਪੈਰ ਇਹਨਾਂ ਵੱਲ ਨੂੰ ਪੁੱਟਦਿਆਂ ਫੋਨ ਸਪੀਕਰ ਤੇ ਲਾਉਣਾ ਉਸੇ ਵੇਲੇ। ਪਰ ਇੰਨੇ ਨਿਆਣੇ ਇਹ ਵੀ ਨਹੀਂ ਰਹੇ। ਹੁਣ ਸਭ ਸਮਝਦੇ ਆ ਅੱਜ ਕੱਲ੍ਹ ਦੇ ਹੋਰਨਾਂ ਜਵਾਕਾਂ ਵਾਂਗ। ਮੇਰੇ ਉਹਨਾਂ ਪੈਰਾਂ ਤੇ ਖਲੋਤੇ ਹੀ ਇਹ ਦੋਵੇਂ ਭੈਣ ਭਰਾ ਟੇਢੀ ਜੀ ਨਜ਼ਰੇ ਝਾਕਣਗੇ ਇੱਕ ਦੂਜੇ ਵੱਲ, ਤੇ ਕਚਰੀ ਜੀ ਮੁਸਕਾਨ ਇਹਨਾਂ ਦੇ ਚਿਹਰਿਆਂ ਤੇ ਖਿੰਡਰੀ ਮੈਨੂੰ ਹੋਰ ਚਿੱਚ ਕਰਦੀ ਜਾਪਦੀ ਹੈ। ਫਿਰ ਵੀ ਮੈਂ ਇਹਨਾਂ ਨੂੰ ਸਹਿਜ ਕਰਨ ਦੀ ਕੋਸ਼ਿਸ਼ 'ਚ ਰਹਿਣਾ, ਤਾਂ ਕਿ ਮੈਂ ਆਪਣੇ ਵੱਲੋਂ ਕਈ ਬਹਾਨੇ ਤਾਂ ਮੈਂ ਆਪਣੇ ਵੱਲੋਂ ਕਈ ਬਹਾਨੇ ਕੱਢਦਾ ਰਹਿਣਾ ਇਹਨਾਂ ਇਕੱਠਿਆਂ ਬਹਿਣ ਦੇ। ਮੈਂ ਚਾਹੁੰਦਾ ਕਿ ਇਹ ਦੋਵੇਂ ਖਾਣ ਪੀਣ ਵੇਲੇ ਜਾਂ ਫਿਰ ਸੌਣ ਬਹਿਣ ਲੱਗਿਆ ਮੇਰੇ ਕੋਲ ਬੈਠਣ, ਨਿੱਕੀਆਂ ਨਿੱਕੀਆਂ ਗੱਲਾਂ ਕਰਿਆ ਕਰੀਏ, ਹਾਸੇ ਦੀਆਂ ਵੀ ਤੇ ਮਜ਼ਾਕ ਦੀਆਂ ਵੀ, ਜਿੰਨੀਆਂ ਕੁ ਬਾਪ ਤੇ ਬੱਚਿਆਂ ਦੇ ਵਿਚਕਾਰ ਹੋ ਸਕਦੀਆਂ ਨੇ। ਜਿਹੜੀ ਬੇਮਤਲਬੀ ਦੂਰੀ ਆਪਣੇ ਤੇ ਮੇਰੇ ਵਿੱਚ ਕਾਇਮ ਥੀ ਜਾਂਦੇ ਆ ਇਹ ਦੋਵੇਂ, ਘੱਟ ਹੋਏ ਕਿਸੇ ਤਰ੍ਹਾਂ ਦੇ ਨਾਲ। ਸਮਾਂ ਪੱਧਰਾ ਜਿਹਾ ਹੋਵੇ ਘਰ 'ਚ, ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਜਿਵੇਂ ਦਿਲਜੀਤ ਵੇਲੇ ਹੁੰਦਾ ਸੀ। ਉਹਦੇ ਤੁਰ ਜਾਣ ਤੋਂ ਬਾਅਦ ਹੀ ਘਰ 'ਚ ਕਿੰਨਾ ਕੁਝ ਬਦਲ ਗਿਆ ਉਹਦੇ ਤੁਰ ਜਾਣ ਤੋਂ ਬਾਅਦ। ਦਿਲਜੀਤ ਸਾਂਝਾ ਸੂਤਰ ਸੀ ਸਾਡੇ ਵਿਚਕਾਰ, ਜਿਹਦੇ ਜ਼ਰੀਏ ਅਸੀਂ ਇੱਕ ਦੂਜੇ ਨਾਲ ਬੱਚੇ ਸਾਂ। ਉਹ ਤੰਦ ਕਵੇਲੇ ਟੁੱਟ ਗਈ ਤੇ ਅਸੀਂ ਇੱਕ ਦੂਜੇ ਨਾਲ ਜੁੜੇ ਘਰ ਦੇ ਜੀਅ ਵੀ ਬਿਖਰਨ ਲੱਗ ਪਏ।
ਜਿਨ੍ਹਾਂ ਨੂੰ ਮੈਂ ਗੰਢ ਮਾਰ ਕੇ ਰੱਖਣ ਦੀ ਕੋਸ਼ਿਸ਼ ਕਰਦਿਆਂ ਮੈਂ ਇਹਨਾਂ ਅੱਗੇ ਮਰਨ ਵਾਲੀ ਦਾ ਵਾਸਤਾ ਪਾਉਣਾ ਕਈ ਵਾਰੀ। ਇਸੇ ਕਰਕੇ ਮੈਂ ਭਾਵਕ ਹੁੰਦਿਆਂ ਉਸ ਦਿਨ ਕਿਹਾ ਸੀ ਕਿ ਕਾਕਾ, ਮਾਂ ਤੁਹਾਡੀ ਦਾ ਇਸ ਤਰ੍ਹਾਂ ਬੇਵਕਤੇ ਤੁਰ ਜਾਣਾ ਸਾਡੇ ਲਈ ਪਹਿਲਾਂ ਹੀ ਕੋਇਲੇ ਵੱਜੀ ਸੱਟ। ਅੱਗੋਂ ਮੈਨੂੰ ਹੱਥ ਵਿਚਾਲਿਆਂ ਟੋਕਦਾ ਮੁੰਡਾ ਕਹਿੰਦਾ, ਤੁਹਾਨੂੰ ਕਾਹਦਾ ਦੁੱਖ ਹੈ ਅਗਲੀ ਦੇ ਮਰਨ ਦਾ? ਤੁਹਾਡੇ ਤਾਂ ਸਗੋਂ ਸਾਰੇ ਦਰ ਖੁੱਲ ਕੇ ਮौज ਮਸਤੀ ਕਰਨ ਦੇ। ਤੁਹਾਡੇ ਤੇ ਤਾਂ ਲੱਗਦਾ ਇਸ ਉਮਰੇ ਜਵਾਨੀ ਮੁੜ ਛਾਲਾ ਮਾਰਦੀ ਹਣ। ਲੱਗਦਾ ਜੇ ਫਿਰ ਛਾਲਾ ਮਾਰਦੀ ਆਣ ਉਤਰੀ ਤੁਹਾਡੇ ਤੇ ਜਵਾਨੀ। ਹੁਣ ਫਿਰ ਤੁਹਾਨੂੰ ਕਾਹਦਾ ਦੁੱਖ ਚਾਹੀਦਾ ਜਾਣ ਦਾ? ਹੱਥੀਂ ਜੰਮੇ ਪਾਣੇ ਦੇ ਮੂੰਹੋਂ ਸੁਣ ਕੇ ਮੈਂ ਕੱਚਾ ਜਿਹਾ ਹੋ ਗਿਆ ਸਾਂ। ਇਹਨਾਂ ਦੀਆਂ ਇਹੋ ਜਿਹੀਆਂ ਬੇਤੁਕੀਆਂ ਟਿਕਾਉਣੀਆਂ ਕਰਕੇ ਮੈਂ ਇਹਨਾਂ ਅੱਗੇ ਹਰ ਵਾਰੀ ਨਿਰੱਤਰ ਹੋ ਜਾਣਾ ਤੇ ਚਿੱਥਾ ਜਿਹਾ ਪੈ ਕੇ ਬਿੱਟ ਬਿੱਟ ਝਾਕਦਾ ਰਹਿਣਾ ਇਹਨਾਂ ਦੇ ਚਿਹਰਿਆਂ ਵੱਲ। ਮੈਂ ਸੋਚਦਾ ਕਿ ਦਲਜੀਤ ਦਾ ਨਾਮ ਸੁਣਦਿਆਂ ਜਿਵੇਂ ਦਾ ਇਹ ਵਿਹਾਰ ਕਰਨ ਲੱਗ ਜਾਂਦੇ ਨੇ, ਮੈਨੂੰ ਲੱਗਦਾ ਜਿਵੇਂ ਉਹਦੇ ਇਸ ਤਰ੍ਹਾਂ ਤੁਰ ਜਾਣ ਦਾ ਮੈਂ ਦੋਸ਼ੀ ਹੋਵਾਂ ਤੇ ਕਟਹਿਰੇ 'ਚ ਖੜਾ ਆਪਣੇ ਤੇ ਲੱਗੇ ਇਹਨਾਂ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੋਵਾਂ। ਦਲਜੀਤ ਮਰੀ ਨੂੰ 2 ਵਰ੍ਹੇ ਹੋਣ ਲੱਗੇ ਨੇ ਤੇ ਇਹਨਾਂ 2 ਵਰ੍ਹਿਆਂ 'ਚ ਮੈਂ ਨਿੱਤ ਦਿਨ ਮਰਦਾ ਤੇ ਮਰ ਮਰ ਕੇ ਜਿਉਣਾ। ਨਿੱਤ ਦਿਨ ਮਰਦਾ ਤੇ ਮਰ ਮਰ ਕੇ ਜਿਉਣਾ। ਜਦੋਂ ਇਹਨਾਂ ਦੀਆਂ ਬੇਤੁਕੀਆਂ ਗੱਲਾਂ ਦਾ ਕੋਈ ਵੀ ਸਿਰਾ ਹੱਥ ਨਹੀਂ ਲੱਗਦਾ, ਮੇਰੇ ਸੀਨੇ 'ਚ ਗੋਲੀ ਵਾਂਗ ਵੱਜਦੇ ਨੇ ਇਹਨਾਂ ਦੇ ਸਵਾਲਾਂ। ਮੇਰੇ ਸੀਨੇ 'ਚ ਗੋਲੀ ਵਾਂਗ ਵੱਜਦੇ ਇਹਨਾਂ ਦੇ ਸਵਾਲਾਂ ਦੇ ਸਾਹਮਣੇ ਮੇਰੀਆਂ ਸਾਰੀਆਂ ਦਲੀਲਾਂ ਝੂਠੀਆਂ ਪੈਣ ਲੱਗਦੀਆਂ ਨੇ। ਹਾਰ ਹੰਬ ਕੇ ਮੈਂ ਪੈਰ ਘਸੀਟਦਾ ਆਪਣੇ ਕਮਰੇ ਅੰਦਰਲੀ ਕੰਧ ਨਾਲ ਟੰਗੀ ਦਲਜੀਤ ਦੀ ਫੋਟੋ ਸਾਹਮਣੇ ਆ ਖਲੋਂਦਾ। ਫੋਟੋ ਦੇ ਸੁਨਹਿਰੀ ਫਰੇਮ ਅੰਦਰ ਬੈਠੀ ਦਾ ਚਿਹਰਾ ਵੀ ਕਿੰਨਾ ਸਹਿਜ ਹੈ, ਕਿਸੇ ਤਪਸਵੀ ਵਾਂਗ। ਉਹਦੇ ਹੁੰਦਿਆਂ ਘਰ 'ਚ ਵੀ ਇਸੇ ਤਰ੍ਹਾਂ ਸਹਿਜਤਾ ਹੁੰਦੀ ਸੀ, ਪਰ ਇਹਦਾ ਘਰ ਦੇ ਜੀਆਂ ਨੂੰ ਇਸ ਤਰ੍ਹਾਂ ਅੱਧ ਵਿੱਚ ਛੱਡ ਕੇ ਤੁਰ ਜਾਣਾ ਸਹਿਜ ਨਹੀਂ ਸੀ ਉਹਦਾ ਇਸ ਤਰ੍ਹਾਂ ਅੱਧ ਵਿੱਚ ਛੱਡ ਕੇ ਤੁਰ ਜਾਣਾ ਘਰ ਦੇ ਜੀਆਂ ਨੂੰ। ਸਾਡੀਆਂ ਅੱਖਾਂ ਸਾਹਮਣੇ ਉਹ ਤਿਲ ਕਰਕੇ ਮਰੀ ਸੀ ਤੇ ਅਸੀਂ ਉਹਦੇ ਪੈਰਾਂ ਵੱਲ ਖੜੇ ਖਾਲੀ ਹੱਥ ਮਲਦੇ ਰਹਿ ਗਏ ਸਾਂ। ਉਹਦਾ ਪਲ ਪਲ ਮੌਤ ਵੱਲ ਨੂੰ ਤੁਰੀ ਜਾਂਦੀ ਤਾਂ ਰੂਪੋਂ ਕਰੂਪ ਹੋਇਆ ਚਿਹਰਾ ਅੱਖ ਝਪਕਦਿਆਂ ਮੇਰੇ ਸਾਹਮਣੇ ਆ ਖਲੋਂਦਾ, ਜਿਹਨੂੰ ਚੇਤੇ ਕਰਦਿਆਂ ਅਜੇ ਵੀ ਰੂਹ ਕੰਬਦੀ ਹੈ ਮੇਰੀ। ਤੇ ਇਹ ਨਿਆਣੇ ਕਈ ਰਾਤਾਂ ਚੱਜ ਨਾਲ ਸੁੱਤੇ ਨਹੀਂ ਸਨ ਤੇ ਕਈ ਚਿਰ ਅੱਧੀ ਰਾਤ ਝਾਂਗਰਾ ਮਾਰਦੇ ਉੱਠ ਬੈਠਦੇ ਸਨ। ਅੱਧੀ ਰਾਤ ਝਾਂਗਰਾ ਮਾਰਦੇ ਉੱਠ ਬੈਠਦੇ ਸਨ। ਦਲਜੀਤ ਨਾਲ ਵਾਪਰੀ ਉਹ ਘਟਨਾ ਮੇਰੇ ਦਿਮਾਗ ਦੇ ਕਿਸੇ ਖੂੰਜੇ ਤੋਂ ਮੁੜ ਕਿਸੇ ਡਰਾਉਣੀ ਫਿਲਮ ਵਾਂਗ ਸਾਕਾਰ ਹੋਣ ਲੱਗਦੀ ਹੈ। ਉਸ ਦਿਨ ਵੀ ਰੋਜ਼ ਵਾਂਗ ਕਿਸੇ ਕੰਮ ਧੰਦੇ ਨੂੰ ਮੈਂ ਚੰਗਾ ਭਲਾ ਉਹਦੇ ਲਾਗਿਓਂ ਉੱਠ ਕੇ ਘਰੋਂ ਨਿਕਲਿਆ ਸਾਂ। ਚੰਗਾ ਭਲਾ ਉਹਦੇ ਲਾਗੇ ਉੱਠ ਕੇ ਨਿਕਲਿਆ ਸਾਂ ਘਰੋਂ। ਤੁਰਦੇ ਨੂੰ ਉਸਨੇ ਘਰ 'ਚ ਲਿਆਉਣ ਵਾਲੇ ਨਿੱਕ ਸੁੱਖ ਦਾ ਮੁੜ ਚੇਤਾ ਕਰਵਾਇਆ ਸੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਬਾਹਰਲੇ ਗੇਟ ਤੱਕ ਤੋਰਨ ਆਈ ਸੀ।
ਉਸਨੇ ਗੁਲਾਬੀ ਜ਼ਮੀਨ ਤੇ ਟਾਵੀਂ ਟਾਵੀਂ ਜਾਮਰੀ ਰੰਗ ਦੀ ਬੁੱਟੀ ਵਾਲੀ ਮੈਕਸੀ ਪਾਈ ਸੀ ਉਸ ਦਿਨ। ਉੱਪਰਲੀ ਚੁੰਨੀ ਨਾਲ ਆਪਣਾ ਪਟਕ ਵਲੇਟ ਕੇ ਖਲੋਤੀ ਮੈਨੂੰ ਚਾਂਦੇ ਨੂੰ ਗੜੀ ਦੇ ਮੋੜ ਤੱਕ ਵੇਂਦੀ ਰਹੀ ਸੀ। ਮੈਂ ਵੀ ਮੋੜ ਤੱਕ ਜਾਂਦਿਆਂ ਜਾਂਦਿਆਂ ਕਈ ਵਾਰੀ ਪਿੱਛੇ ਪਾਉਂ ਕੇ ਵੇਖਿਆ ਸੀ। ਚਿਹਰੇ ਤੇ ਪਹਿਲੀ ਹਲਕੀ ਹਲਕੀ ਮੁਸਕਰਾਹਟ ਨਾਲ ਖੱਪਾ ਹੱਥ ਹਵਾ ਚ ਲਹਿਰਾ ਕੇ ਆਪਣਾ ਸਨੇਹ ਜਤਾਉਂਦੀ ਰਹੀ ਸੀ। ਇੰਜੀ ਤਾਂ ਸਵੇਰੇ ਉਸਨੇ ਬੱਚਿਆਂ ਨੂੰ ਵੀ ਪੜ੍ਹਨ ਜਾਣ ਵੇਲੇ ਤੋਰਿਆ ਸੀ ਨਾ, ਇੰਜੀ ਤੋਰਿਆ ਸੀ। ਘਰੋਂ ਤੁਰਿਆ ਮੈਂ ਬੱਸ ਸਟੈਂਡ ਵਾਲੇ ਚੌਂਕ ਲੱਗੇ ਵੀ ਨਹੀਂ ਸੀ ਅੱਪੜਿਆ ਜਦੋਂ ਲਾਗਲੇ ਘਰੋਂ ਫੋਨ ਆ ਗਿਆ ਸੀ ਤੇ ਕੰਬਦੀ ਜੀ ਆਵਾਜ਼ 'ਚ ਕਾਲੀ ਕਾਲੀ ਬੋਲਦੇ ਕੋਲੋਂ ਇੰਨਾ ਕੁ ਸੁਣਿਆ ਸੀ ਕਿ ਰਸੋਈ 'ਚ ਕੰਮ ਕਰਦਿਆਂ ਦਲਜੀਤ ਦੇ ਕੱਪੜਿਆਂ ਨੂੰ ਅੱਗ ਆਣ ਪਈ ਹੈ ਤੇ ਨਾਲ ਹੀ ਜਲਦੀ ਘਰ ਪਹੁੰਚਣ ਲਈ ਕਹਿੰਦੇ ਫੋਨ ਬੰਦ ਹੋ ਗਿਆ। ਸੁਣਦਿਆਂ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ ਸਨ। ਦਿਮਾਗ ਚੱਕਰਾ ਗਿਆ ਸੀ। ਮੈਂ ਵਾਹੋ ਦਾ ਹੀ ਘਰ ਨੂੰ ਭੱਜਿਆ ਸਾਂ। ਆਪਣੇ ਘਰ ਨੂੰ ਮੁੜਦੀ ਗਲੀ ਦੇ ਮੋੜ ਤੱਕ ਆਉਂਦਿਆਂ ਮੇਰੀ ਹਾਰ ਹੋ ਗਈ ਸੀ। ਠਕ ਠਕ ਕਰਕੇ ਵੱਜ ਰਿਹਾ ਮੇਰਾ ਕਲੇਜਾ। ਮੇਰੇ ਆਵਾਜ਼ ਨਹੀਂ ਸੀ ਆ ਰਿਹਾ ਤੇ ਨਾ ਹੀ ਮੇਰੇ 'ਚ ਸਾਹ ਸੱਤ ਰਿਹਾ ਸੀ। ਪੈਰ ਮੜਾ ਮੋਹੀ ਭਾਰੇ ਹੋ ਕੇ ਲੱਗਦੇ ਸਨ। ਛੁੱਟੀਆਂ ਪੈਰੀਆਂ ਲੱਤਾਂ ਦੇ ਸਹਾਰੇ ਮੈਨੂੰ ਪਿੱਥੋਂ ਗਾਂ ਪੈਰ ਨਹੀਂ ਸੀ ਪੁੱਟਿਆ ਜਾ ਰਿਹਾ। ਅੱਡੀਆਂ ਚੁੱਕ ਚੁੱਕ ਕੇ ਇੱਕ ਦੂਜੇ ਦੇ ਉੱਪਰੋਂ ਦੀ ਝਾਕਦੇ ਲੋਕਾਂ ਵੱਲ ਪਿੱਛਦੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਘਰ ਦੇ ਗੇਟ ਮੂਹਰੇ ਆਣ ਪਹੁੰਚਿਆ ਸਾਂ। ਮੈਂ ਵੇਖਿਆ ਕਿ ਅੰਦਰ ਬਾਹਰ ਧੂਆਂ ਰੌਲੀ ਪਈ ਹੋਈ ਸੀ। ਜਲੀ ਹੋਈ ਚਮੜੀ ਦੀ ਹੁੰਕਾਰ ਦਿਮਾਗ ਨੂੰ ਚੜ ਰਹੀ ਸੀ। ਸਾਹ ਲੈਂਦਿਆਂ ਦਮ ਘੁੱਟਦਾ ਸੀ ਤੇ ਮੁੜ ਮੁੜ ਉੱਥੋਂ ਆਉਂਦਾ ਸੀ। ਦਲਜੀਤ ਕਾਲੇ ਰੰਗ ਦੇ ਤੋਂ ਅੱਖੇ 'ਚ ਕੰਬਲ ਹੇਠ ਮੂਧੜੇ ਮੂੰਹ ਗੇਟ ਦੇ ਵਿੱਚ ਕਾਰੇ ਪਈ ਤੜਫ ਰਹੀ ਸੀ। ਮੈਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ। ਇਹੋ ਲੱਗਦਾ ਸੀ ਜਿਵੇਂ ਮੇਰੇ ਦਿਮਾਗ ਦੀਆਂ ਨਸਾਂ ਸੁੰਨ ਹੋ ਗਈਆਂ ਹੋਣ। ਮੇਰੀ ਇਸ ਹਾਲਤ ਨੂੰ ਭਾਂਪਦਿਆਂ ਹੱਟੀ ਵਾਲੇ ਰਾਜੂ ਦੀ ਵੱਡੀ ਝਾਈ ਨੇ ਕੋਲ ਖਲੋਤਿਆਂ ਨੂੰ ਕਿਹਾ ਸੀ, ਭਾਈ ਅਗਲੀ ਦੀ ਜਾਨ ਲਵਾਂ ਤੇ ਆਈ ਹੈ, ਵੇਲਾ ਨਾ ਵੇਖੋ। ਜਗਰੂਪ ਦੇ ਪਿਓ ਨੂੰ ਕੁਝ ਨਹੀਂ ਸੋਚ ਰਿਹਾ। ਬੰਦਾ ਨਾ ਕਮਲਾ ਹੋ ਜਾਂਦਾ ਹੈ ਇਹੋ ਜਿਹੇ ਵੇਲਿਆਂ 'ਚ। ਛੇਤੀ ਕਰੋ ਤੇ ਵਿਚਾਰੀ ਨੂੰ ਕਿਸੇ ਡਾਕਟਰ ਕੋਲ ਪਹੁੰਚਾਓ ਜਾ ਕੇ। ਰੱਬੇ ਦੀ ਜਾਨ ਬਖਸ਼ੇ ਤੇ ਆਪਣੇ ਨਿੱਕੇ ਨਿੱਕੇ ਜੀਆ ਜੰਤ 'ਚ ਰਾਜ਼ੀ ਖੁਸ਼ੀ ਰਹੇ। ਚੁੱਕੋ ਭਾਈ ਚੁੱਕੋ। ਝਾਈ ਦੀ ਗੱਲ ਸੁਣਦਿਆਂ ਮੇਰਾ ਗੱਜ ਭਰ ਆਇਆ ਸੀ। ਕੀ ਕਰਾਂਗੇ ਅਸੀਂ? ਦਲਜੀਤ ਤੋਂ ਬਗੈਰ ਮੈਨੂੰ ਤਾਂ ਘਰ ਚੋਂ ਕਦੀ ਆਪਣੀ ਰੱਖੀ ਸ਼ੈ ਵੀ ਨਹੀਂ ਲੱਭਦੀ ਕੋਈ। ਇਹਨਾਂ ਸੋਚਾਂ ਨਾਲ ਮੇਰੇ ਦਿਲ ਨੂੰ ਡੋਬੂ ਪੈ ਰਹੇ ਸਨ। ਆਂਢ ਗੁਆਂਢ ਦੀ ਜੱਦੋ-ਜਹਿਦ ਨਾਲ ਹਸਪਤਾਲ ਪਹੁੰਚੀ। ਦਲਜੀਤ ਨੂੰ ਡਾਕਟਰ ਵੀ ਕਿਤੇ ਹੱਥ ਨਹੀਂ ਸੀ ਪਾਉਂਦੇ। ਕਿਤੇ ਹੱਥ ਪਾਉਂਦੇ ਸੀ ਡਾਕਟਰ ਦਲਜੀਤ ਨੂੰ। ਕਿਸੇ ਹੋਰ ਝਮੇਲੇ ਤੋਂ ਡਰਦੇ ਐਵੇਂ ਆਨਾਕਾਨੀ ਕਰਦੇ ਸਨ। ਅਖੇ ਪੁਲਿਸ ਕੇਸ ਆ, ਅਸੀਂ ਕੱਲ ਨੂੰ ਕਿਸੇ ਪਰੇਸ਼ਾਨੀ 'ਚ ਨਹੀਂ ਪੈਣਾ। ਜਵਾਨ ਜਹਾਨ ਔਰਤ ਦਾ ਇੰਨੀ ਬੁਰੀ ਤਰ੍ਹਾਂ ਝੁਲਸ ਜਾਣਾ ਹਰ ਵੇਖਣ ਸੁਣਨ ਵਾਲੇ ਦੇ ਮਨ 'ਚ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ। ਡਾਕਟਰ ਨੇ ਗਾਂਹ ਹੋ ਕੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਦਰਵਾਜ਼ ਦੇਣ ਵਾਂਗ ਹਲੀਮੀ ਜੀ ਨਾਲ ਕਿਹਾ, ਭਾਜੀ ਤੁਹਾਡੇ ਤੇ ਪਈ ਇਸ ਮੁਸੀਬਤ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਸੀਂ। ਬਸ ਸਾਡੀ ਹਮਦਰਦੀ ਹੈ ਮਰੀਜ਼ ਦੇ ਨਾਲ ਵੀ ਤੇ ਤੁਹਾਡੇ ਨਾਲ ਵੀ। ਪਰ ਦੇਖੋ ਇਸ ਗੱਲ ਦਾ ਬੁਰਾ ਨਾ ਮੰਨਿਓ, ਦੁਨੀਆ ਤਾਂ ਅੱਜ ਕੱਲ੍ਹ ਕੱਖਾਂ 'ਚ ਵਲੇਟੀ ਹੈ। ਬਾਅਦ 'ਚ ਘਰ ਪਰਿਵਾਰ 'ਚੋਂ 100 ਤਰ੍ਹਾਂ ਦੀਆਂ ਗੱਲਾਂ ਨਿਕਲਦੀਆਂ ਨੇ। ਅਗਲੀ ਦੇ ਮਾਪੇ ਆ ਕੇ ਉਹ ਹੱਲਾ ਕਰਨਗੇ। ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਫਿਰ ਕਿਸੇ ਸਿਆਣੇ ਵੇਲੇ ਲੋਕ ਵੀ ਮੀਡੀਆ ਨੂੰ ਬੁਲਾਉਂਦੇ ਆ ਤੇ ਉਹਨਾਂ ਸਾਹਮਣੇ ਪਿੱਟ ਸਿਆਪਾ ਕਰਦੇ ਆ।
ਤੈਸ਼ ਚਾਹੇ ਲੋਕ ਹਸਪਤਾਲਾਂ ਦੇ ਸ਼ੀਸ਼ੇ ਫਰਨੀਚਰ ਵਗੈਰਾ ਭੰਨਣ ਨੂੰ 2 ਮਿੰਟ ਲਾਉਂਦੇ ਆ। ਇਸ ਲਈ ਸਾਡੇ ਸਾਰਿਆਂ ਲਈ ਬਿਹਤਰ ਇਹ ਹੈ ਕਿ ਹੁਣ ਬਣੇ ਹਾਲਾਤ ਦਾ ਹੌਸਲੇ ਤੇ ਸਮਝਦਾਰੀ ਨਾਲ ਸਾਹਮਣਾ ਕਰੀਏ ਤੇ ਇੱਕ ਕੇਸ ਪੁਲਿਸ ਦੀ ਜਾਣਕਾਰੀ 'ਚ ਲਿਆਈਏ। ਪਹਿਲਾਂ ਇੱਧਰ ਹਸਪਤਾਲ ਦਾ ਐਮਰਜੈਂਸੀ ਸਟਾਫ ਵੀ ਆਪਣੇ ਵੱਲੋਂ ਟ੍ਰੀਟਮੈਂਟ ਸ਼ੁਰੂ ਕਰਦਾ। ਤੁਸੀਂ ਹੌਸਲਾ ਰੱਖੋ। ਇਹ ਕਾਰਵਾਈ ਡਾਕਟਰ ਦੀ ਡਰਮੇ ਨਾਲ ਕਈ ਗੱਲ ਨੂੰ ਮੰਨਦਿਆਂ ਗਲੀ ਮੁਹੱਲੇ 'ਚ ਆਪਣਾ ਅਸਰ ਰਸੂਖ ਵਾਲੇ 1-2 ਜਣੇ ਸੰਬੰਧਿਤ ਥਾਣੇ ਵੱਲ ਰਿਪੋਰਟ ਕਰਨ ਚਲੇ ਗਏ ਸਨ। ਪੁਲਿਸ ਦੇ ਆਉਣ ਤੱਕ ਹਸਪਤਾਲ ਦੇ ਸਟਾਫ ਵੱਲੋਂ ਦਲਜੀਤ ਦੇ ਪੂਰੇ ਸਰੀਰ ਤੇ ਦਵਾਈ ਮਲ ਦਿੱਤੀ ਸੀ ਤੇ ਕੁਝ ਟੀਕੇ ਵੀ ਲਾ ਦਿੱਤੇ ਸਨ, ਜਿਸ ਨਾਲ ਉਸਨੂੰ ਬੇਸ਼ੱਕ ਥੋੜੀ ਦੇਰ ਰਾਹਤ ਤਾਂ ਮਿਲੀ ਲੱਗਦੀ ਸੀ, ਪਰ ਫਿਰ ਵੀ ਉਸਦੇ ਅੰਦਰਲਾ ਬੁਰੀ ਤਰ੍ਹਾਂ ਟੁੱਟ ਰਿਹਾ ਸੀ। ਫਿਰ 2 ਘੰਟੇ ਬਾਅਦ ਪੁਲਿਸ ਵੀ ਆਪਣੀ ਕਾਰਵਾਈ ਲਿਆਉਣ ਪਹੁੰਚੀ ਸੀ। ਮੁੱਢਲੀ ਜਾਣਕਾਰੀ ਲਈ ਉਹਨਾਂ ਨਿੱਕੀਆਂ ਕਈ ਗੱਲਾਂ ਮੇਰੇ ਤੋਂ ਵੀ ਪੁੱਛੀਆਂ ਸਨ ਤੇ ਨਾਲ ਹੀ ਫਰਜ਼ੀ ਜਿਹਾ ਹੌਸਲਾ ਵੀ ਦਿੱਤਾ ਸੀ। ਐਮਰਜੈਂਸੀ ਵਾਰਡ ਦੀ ਆਖਰੀ ਨੁੱਕਰ 'ਚ ਡੱਠੇ ਦਲਜੀਤ ਦੇ ਮੰਜੇ ਦੇ ਬਿਲਕੁਲ ਨਾਲ ਕੁਰਸੀ ਢਾ ਕੇ ਬੈਠੇ ਥਾਣੇਦਾਰ ਨੂੰ ਕਈ ਜਵਾਬ ਤਾਂ ਦਲਜੀਤ ਨੇ ਹੌਲੀ ਜੀ ਹਾਂ ਜਾਂ ਨਾ 'ਚ ਸਿਰ ਹਿਲਾ ਕੇ ਦੇ ਦਿੱਤੇ ਸਨ। ਬਹੁਤ ਕੋਸ਼ਿਸ਼ ਕਰਨ ਦੇ ਮੱਧਮ ਜੀ ਆਵਾਜ਼ ਤੋਂ ਉਹਦੇ ਨਾਲ ਹੋਈ ਬੀਤੀ ਬਾਰੇ ਇੰਨੀ ਕੁਝ ਸਮਝ ਲੱਗੀ ਸੀ ਕਿ ਉਸ ਵੇਲੇ ਗੈਸ ਤੇ ਦੁੱਧ ਵਾਲਾ ਪਤੀਲਾ ਰੱਖ ਕੇ ਉਹ ਮੈਨੂੰ ਗੇਟ ਤੱਕ ਤੋਰਨ ਆਈ ਸੀ। ਵਾਪਸ ਜਾ ਕੇ ਕਿਸੇ ਕੱਪੜੇ ਨਾਲ ਉਹ ਪਤੀਲਾ ਬਲਦੀ ਗੈਸ ਤੋਂ ਲਾਹੁਣ ਲੱਗੀ ਸੀ। ਕਿਤੇ ਬੇਧਿਆਨੀ 'ਚ ਕੱਪੜੇ ਦੇ ਇੱਕ ਸਿਰੇ ਨੂੰ ਅੱਗ ਪੈ ਗਈ ਸੀ, ਜਿਸ ਦਾ ਸੇਕ ਉਹਦੇ ਹੱਥਾਂ ਨੂੰ ਪੈਣ ਕਰਕੇ ਬਲਦੇ ਕੱਪੜੇ ਸਣੇ ਗਰਮ ਦੁੱਧ ਵਾਲਾ ਪਤੀਲਾ ਉਹਦੇ ਹੱਥੋਂ ਛੁੱਟ ਗਿਆ ਸੀ। ਹੇਠਾਂ ਟਿੱਕੇ ਬਲਦੇ ਕੱਪੜੇ ਤੋਂ ਅੱਗ ਕਿਸ ਵੇਲੇ ਉਹਦੇ ਗਲ ਪਈ ਮੈਕਸੀ ਨੂੰ ਪੈ ਗਈ ਸੀ, ਇਹਦਾ ਉਸਨੂੰ ਵੀ ਨਹੀਂ ਸੀ ਪਤਾ ਚੱਲਿਆ। ਬਸ ਮੱਚੀ ਅੱਗ ਨੇ ਬੜਾ ਛਣਾ ਚ ਉਸਨੂੰ ਆਪਣੇ ਕਲਾਵੇ 'ਚ ਲੈ ਲਿਆ ਸੀ। ਬੜਾ ਛਣਾ ਸੀ ਉਸਨੂੰ ਆਪਣੇ ਕਲਾਵੇ 'ਚ ਲੈ ਲਿਆ ਸੀ। ਬੜਾ ਛਣਾ ਸੀ। ਆਂਢੀ ਵੀ ਤਾਂ ਇੰਝ ਹੀ ਦੱਸਦੇ ਸਨ ਨਾ, ਪਰ ਲੱਗਦਾ ਸੀ ਦਲਜੀਤ ਦੀਆਂ ਕਈਆਂ ਗੱਲਾਂ ਉੱਤੇ ਥਾਣੇਦਾਰ ਨੂੰ ਯਕੀਨ ਨਹੀਂ ਸੀ ਆ ਰਿਹਾ। ਤਾਈਓ ਹਸਪਤਾਲ ਦੀਆਂ ਪੌੜੀਆਂ ਉਤਰਦਿਆਂ ਮੇਰੇ ਮੋਢੇ ਤੇ ਹੱਥ ਧਰਦਿਆਂ ਉਸਨੇ ਕਿਹਾ ਸੀ, ਸਰਦਾਰ ਸਾਹਿਬ ਇਧਰੋਂ ਆਏਗਾ ਇਹਨੂੰ ਨਿਪਟਾ ਕੇ ਆਪਣੇ ਬੱਚਿਆਂ ਨਾਲ ਥਾਣੇ ਕਿਹੜਾ ਮਾਰਿਓ। ਕੁਝ ਮੁੱਢਲੀ ਜੀ ਪੁੱਛਤਾਛ ਕਰਨੀ ਹੈ ਤਾਂ ਉਹਨਾਂ ਤੋਂ ਵੀ ਕਰ ਲਈਏ। ਗਲੀ ਗੁਆਂਢ 'ਚ ਪੜਤਾਲ ਕਰਨ ਲਈ ਪੁਲਿਸ ਪਾਰਟੀ ਭੇਜੀ ਹੋਈ ਆ, ਉਹ ਵੀ ਰਿਪੋਰਟ ਆ ਜਾਏਗੀ। ਫਿਰ ਵੇਖਦੇ ਹਾਂ ਕਿਸ ਨਤੀਜੇ ਤੇ ਪਹੁੰਚਦੇ ਅਸੀਂ। ਕੀ ਕਹਿੰਦੇ ਜੇ? ਥਾਣੇਦਾਰ ਦੀ ਇਸ ਨਤੀਜੇ ਵਾਲੀ ਗੱਲ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ। ਪੌੜੀਆਂ ਦੇ ਸਭ ਤੋਂ ਹੇਠਲੇ ਸਟੈਪ ਤੇ ਰੇਲਿੰਗ ਦਾ ਸਹਾਰਾ ਲਈ ਖੜਾ ਮੈਂ ਤਰੇੜੀ ਹੋ ਗਿਆ ਸਾਂ। ਕਈ ਤਰ੍ਹਾਂ ਦੇ ਚੰਦਰੇ ਤੇ ਡਰਾਉਣੇ ਖਿਆਲ ਵਾਹ ਵਰੋਲੇ ਵਾਂਗ ਮੇਰੇ ਦਿਮਾਗ ਦੀ ਕਿਸੇ ਨੁੱਕਰੋਂ ਇਕੱਠਿਆਂ ਉੱਠ ਖਲੋਤੇ ਸਨ। ਇਹਨਾਂ ਵਾਹ ਵਰੋਲਿਆਂ ਚੋਂ ਕਈ ਵਰੇ ਪਹਿਲਾਂ ਮੇਰੇ ਇੱਕ ਜਾਣਕਾਰ ਨਾਲ ਵਾਪਰੀ ਇਹੋ ਜਿਹੀ ਘਟਨਾ ਯਾਦ ਆਉਣ ਨਾਲ ਮੇਰੇ ਦਿਮਾਗ ਦੀਆਂ ਨਸਾਂ 'ਚ ਕੀੜੀਆਂ ਤੁਰਨ ਲੱਗ ਪਈਆਂ ਸਨ। ਕੀੜੀਆਂ। ਉਹਦੀ ਪਤਨੀ ਵੀ ਸਿਆਲੀ ਦਿਨਾਂ 'ਚ ਨਹਾਉਣ ਵੇਲੇ ਗੈਸ ਵਾਲੇ ਗੀਜ਼ਰ ਦੀ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਮੌਤ ਦੇ ਮੂੰਹ 'ਚ ਜਾ ਪਈ ਸੀ। ਆਂਢ ਗੁਆਂਢ ਦੀ ਮਦਦ ਨਾਲ ਬਾਥਰੂਮ ਦਾ ਦਰਵਾਜ਼ਾ ਭੰਨ ਕੇ ਅਗਲੀ ਨੂੰ ਬਾਹਰ ਕੱਢਿਆ ਗਿਆ ਸੀ। ਸਾਰਾ ਮੁਹੱਲਾ ਇਸ ਵਾਪਰੀ ਘਟਨਾ ਦੇ ਇੱਕ ਪਹਿਲੂ ਨੂੰ ਜਾਣਦਾ ਸੀ,
ਪਰ ਉਸ ਸ਼ਰੀਫ ਆਦਮੀ ਦੇ ਹੱਕ 'ਚ ਕੋਈ ਵੀ ਨਹੀਂ ਸੀ ਬੋਲਿਆ। ਸਾਰੇ ਦੇ ਸਾਰੇ ਕੰਨੀ ਕਤਰਾ ਗਏ ਸਨ। ਜ਼ਨਾਨੀ ਬਾਜ਼ ਹੋਣ ਵਰਗੇ ਇਲਜ਼ਾਮ ਵੀ ਉਹਦੇ ਸਿਰ ਮੜ ਕੇ ਮਰਨ ਵਾਲੀ ਦੇ ਮਾਪੇ ਉਹਦੇ ਤੇ ਕਤਲ ਦਾ ਕੇਸ ਦਰਜ ਕਰਵਾ ਕੇ ਉਹਨਾਂ ਨੇ ਕਤਲ ਦਾ ਕੇਸ ਦਰਜ ਕਰਵਾ ਕੇ ਸਾਹ ਲਿਆ ਸੀ। ਅੰਤਿਮ ਰਸਮਾਂ ਤਾਂ ਦੂਰ, ਪੂਰੀ ਹੋਈ ਪਤਨੀ ਦਾ ਆਖਰੀ ਵਾਰੀ ਮੂੰਹ ਵੇਖਣਾ ਤੱਕ ਨਸੀਬ ਨਹੀਂ ਸੀ ਹੋਇਆ ਉਹਨੂੰ। ਕਈ ਤਰ੍ਹਾਂ ਦੀ ਜ਼ਲਾਲਤ ਨੂੰ ਭੋਗਦਾ, ਕਈ ਵਾਰੀ ਹਵਾਲਾਤਾਂ ਤੇ ਜੇਲਾਂ ਦੀ ਹਵਾ ਫੱਕਦਾ ਆਪਣੇ ਆਪ ਨੂੰ ਬੇਕਸੂਰ ਸਿੱਧ ਕਰਨ ਨੂੰ ਲੱਗਿਆ ਰਿਹਾ ਸੀ। ਜਦੋਂ ਤੱਕ ਸਬੂਤ ਉਹਦੇ ਹੱਕ 'ਚ ਹੋਏ ਸਨ, ਉਦੋਂ ਤੱਕ ਨਾ ਕਿਧਰੇ ਉਹਦਾ ਘਰ ਰਿਹਾ ਸੀ ਤੇ ਨਾ ਹੀ ਪਰਿਵਾਰ। ਨਮੋਸ਼ੀਅਤ ਤੇ ਜ਼ਲਾਲਤ ਤੇ ਮਣਾ ਉਹੀ ਪਾਰ ਹੇਠ ਨੱਪਿਆ, ਉਹ ਪਤਾ ਨਹੀਂ ਕਿੱਧਰ ਨੂੰ ਮੂੰਹ ਚੁੱਕ ਕੇ ਨਿਕਲ ਗਿਆ ਸੀ। ਅੱਜ ਤੱਕ ਮੁੜ ਉਹਦਾ ਕੋਈ ਥਾਂ ਪਤਾ ਨਹੀਂ ਸੀ ਲੱਗਿਆ, ਕੋਈ ਥਾਂ ਪਤਾ ਨਹੀਂ ਸੀ ਲੱਗਿਆ ਉਸਦਾ। ਦਿਮਾਗ 'ਚ ਉੱਠਣ ਬਣੀਆਂ ਇਹਨਾਂ ਘੁੰਮਣ ਘੇਰੀਆਂ ਨੇ ਮੇਰੇ 'ਚ ਰਹਿੰਦਾ ਖੁੰਦਾ ਸਾਹਸਤ ਨਹੀਂ ਸੀ ਛੱਡਿਆ। ਵਾਰਡ ਅੰਦਰ ਪਈ ਦਲਜੀਤ ਕੋਲ ਵਾਪਸ ਜਾਣ ਲਈ ਪੌੜੀਆਂ ਚੜ੍ਹਨਾ ਮੇਰੇ ਵਾਸਤੇ ਕਿਸੇ ਨੈਣਾ ਦੇਵੀ ਦੇ ਟਿੱਲੇ ਦੀ ਚੜਾਈ ਤੋਂ ਘੱਟ ਨਹੀਂ ਸੀ ਲੱਗ ਰਿਹਾ। ਫਿਰ ਵੀ ਮੈਂ ਲੱਤਾਂ ਧੋਂਦਾ ਕਿਸੇ ਨਾ ਕਿਸੇ ਤਰੀਕੇ ਵਾਪਸ ਉਹਦੇ ਕੋਲ ਪਹੁੰਚਿਆ ਸਾਂ। ਹਸਪਤਾਲ ਦੇ ਸਟਾਫ ਨੇ ਦਲਜੀਤ ਦੇ ਬੈੱਡ ਦੁਆਲੇ ਮੱਛਰਦਾਨੀ ਤਾਣ ਦਿੱਤੀ ਸੀ। ਮੇਰੇ 'ਚ ਮੱਛਰਦਾਨੀ ਦਾ ਪਰਦਾ ਚੁੱਕ ਕੇ ਅੰਦਰ ਝਾਕਣ ਦੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਉਹਦੇ ਪੈਰਾਂ ਵੱਲ ਖੜਾ ਮੱਛਰਦਾਨੀ ਦੇ ਮਹੀਨ ਜਾਲੀਦਾਰ ਪਰਦੇ ਵਿੱਚੋਂ ਦੀ ਉਹਦੇ ਚਿਹਰੇ ਵੱਲ ਝਾਕਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਪਤਾ ਨਹੀਂ ਉਹਨੂੰ ਲਾਏ ਜਾ ਰਹੇ ਟੀਕੇ ਤੇ ਦਵਾਈਆਂ ਦਾ ਅਸਰ ਸੀ ਜਾਂ ਕੁਝ ਹੋਰ। ਹੁਣ ਅਡੋਲ ਪਈ ਸੀ, ਮੂੰਹ ਤੋਂ ਮੱਖੀ ਉਡਾਉਣ ਲਈ ਇਹੋ ਜਿਹੀ ਵੀ ਕੋਈ ਹਿਲਜੁਲ ਉਹਦੇ ਸਰੀਰ 'ਚ ਨਹੀਂ ਸੀ ਹੋ ਰਹੀ। ਮੇਰੇ ਦਿਲ ਨੂੰ ਟੋਬੂ ਪੈ ਰਹੇ ਸਨ। ਮੈਂ ਚਾਹੁੰਦਾ ਸਾਂ ਕਿ ਦਲਜੀਤ ਨਿਗਾਹ ਭਰ ਕੇ ਮੇਰੇ ਵੱਲ ਵੇਖੇ ਤੇ ਮੇਰੇ ਦਿਲ ਤੇ ਦਿਮਾਗ ਦੇ ਤੌਰ ਅੰਦਰ ਹੋ ਰਹੇ ਨੂੰ ਮਾਰੂ ਖਿਆਲਾਂ ਦੇ ਮਹਾਯੁੱਧ ਨੂੰ ਸਮਝੇ, ਜਿਵੇਂ ਪਹਿਲਾਂ ਵੇਖਦੇ ਹੀ ਸਮਝ ਆਉਂਦੀ ਹੁੰਦੀ ਸੀ। ਉਹਦੀ ਪੈਰੋਂ ਪੈਰ ਮੱਠੀ ਪੈਂਦੀ ਜਾ ਰਹੀ ਹਰ ਤਰ੍ਹਾਂ ਦੀ ਹਿਲਜੁਲ ਮੇਰੀਆਂ ਡਰਾਉਣੀਆਂ ਸੋਚਾਂ ਨੂੰ ਹੋਰ ਜ਼ਰਬਾ ਦੇ ਰਹੀ ਸੀ। ਹਸਪਤਾਲ 'ਚ ਦਲਜੀਤ ਨੂੰ ਲੈ ਕੇ ਆਏ ਆਂਢੀ ਗੁਆਂਢੀ ਤੇ ਹੋਰ ਜਾਣਕਾਰ ਕੋਈ ਨਾ ਕੋਈ ਕੰਮ ਦੱਸਦਿਆਂ ਹੌਲੀ ਹੌਲੀ ਸਾਰੇ ਹੀ ਚਲੇ ਗਏ ਸਨ। ਮੈਂ ਬੈਠ ਲਾ ਕੇ ਖਲੋਤੇ ਤੇ ਅਨਮਨੇ ਜਿਹੇ ਮਨ ਨਾਲ ਚਾਰੇ ਪਾਸੇ ਤੌਣ ਪਵਾ ਕੇ ਵਾਰਡ ਦਾ ਮੁਆਇਨਾ ਕੀਤਾ। ਵਾਰਡ ਅੰਦਰਲੇ 2-4 ਮਰੀਜ਼ ਆਪਣੋ ਆਪਣੇ ਬੈਠਾਂ ਤੇ ਕੋਈ ਹੱਥ ਲੇਟਿਆ ਜਾ ਤੇ ਕੋਈ ਢੋਲ ਆ ਕੇ ਬੈਠਾ ਸੀ। ਕਿਸੇ ਇੱਕ ਹੱਥ ਤੇ ਮੱਠਾ ਮੱਠਾ ਹੁੰਗਣ ਤੋਂ ਬਿਨਾਂ ਹੋਰ ਬਿਲਕੁਲ ਚੁੱਪਚਾਪ। ਨਾਲੇ ਉਹਨਾਂ ਦੇ ਵਾਰਿਸ ਵੀ ਆਪਣੇ ਮਰੀਜ਼ਾਂ ਦੇ ਲਾਗੇ ਚਾਗੇ ਹੀ ਬੈਠੇ ਸਨ। ਕੋਈ ਵੀ ਬੋਲਚਾਲ ਨਹੀਂ ਸੀ ਰਿਹਾ। ਬਸ ਤੈਰਦੀ ਜੀ ਨਜ਼ਰੇ ਮੇਰੇ ਵੱਲ ਬਿਟਰ ਬਿਟਰ ਝਾਕ ਰਹੇ ਸਨ। ਮੈਂ ਉਹਨਾਂ ਦੀ ਇਸ ਤਿਰਛੀ ਨਜ਼ਰ ਤੋਂ ਹੋਰ ਵੀ ਘਬਰਾ ਰਿਹਾ ਸਾਂ। ਆਪਣੀ ਇਸ ਘਬਰਾਹਟ ਨੂੰ ਛੁਪਾਉਣ ਲਈ, ਹੋਰ ਕਿਸੇ ਕਿਸਮ ਦੀ ਬੇਲੋੜੀ ਪੁੱਛ ਗਿੱਛ ਤੋਂ ਬਚਣ ਲਈ ਮੈਂ ਉਹਨਾਂ ਵੱਲੋਂ ਜਾਣ ਬੁੱਝ ਕੇ ਅੱਖਾਂ ਫੇਰ ਲਈਆਂ ਸਨ। ਮੇਰੇ ਤੁਰੰਦਲੇ ਮਾਰੂ ਖਿਆਲਾਂ ਦਾ ਯੁੱਧ ਅਜੇ ਵੀ ਸਿਖਰ ਤੇ ਸੀ। ਮੱਥੇ ਤੇ ਟਪਕਦੀਆਂ ਪਸੀਨੇ ਦੀਆਂ ਬੂੰਦਾਂ ਨੂੰ ਮੈਂ ਤੈਅ ਕੀਤੇ ਰੁਮਾਲ ਨਾਲ ਮੁੜ ਮੁੜ ਪੂੰਝਦਾ ਸਾਂ। ਮੇਰੇ ਚੋਂ ਖੜੇ ਹੋਣ ਦੀ ਰੱਤੀ ਪਰ ਵੀ ਹਿੰਮਤ ਨਹੀਂ ਸੀ ਬਚੀ। ਕਈ ਚਿਰ ਤੋਂ ਖਲੋਤੇ ਰਹਿਣ ਕਰਕੇ ਅੰਗ ਅੰਗ ਦੁਖਣ ਲੱਗਿਆ ਸੀ ਤੇ ਮੈਂ ਕੋਈ ਆਸਰਾ ਲੱਭਦਾ ਸਾਂ 2 ਘੜੀਆਂ ਚੈਨ ਨਾਲ ਬਹਿਣ ਲਈ।
ਆਰਾਮ ਕੇ ਮੈਂ ਦਰਵਾਜ਼ੇ ਉੱਪਰੇ ਹਟਵੇਂ ਜੇ ਡਿੱਠੇ ਖਾਲੀ ਬੈਂਚ ਤੇ ਬੈਠਾ ਸਾਂ ਤੇ ਦਿਮਾਗ ਅੰਦਰਲੀਆਂ ਗਿਣਤੀਆਂ ਮਿਣਤੀਆਂ ਦੁਬਾਰਾ ਦੁਹਰਾਉਣ ਲੱਗਿਆ ਸਾਂ। ਜਦੋਂ ਤਾਂ ਦਲਜੀਤ ਦੇ ਮਾਪਿਆਂ ਨੂੰ ਉਹਦੇ ਨਾਲ ਵਾਪਰੀ ਹੋਣੀ ਬਾਰੇ ਪਤਾ ਚੱਲਿਆ, ਉਹ ਉਸ ਵੇਲੇ ਦੀ ਕਰਨਾਲ ਤੋਂ ਚੱਲ ਪਏ ਸਨ। ਸ਼ਾਮ ਤੱਕ ਉਹਨਾਂ ਨੇ ਵੀ ਇੱਥੇ ਆ ਪਹੁੰਚਣਾ ਸੀ। ਪਤਾ ਨਹੀਂ ਸਿੱਧੇ ਹਸਪਤਾਲ ਆਉਂਦੇ ਨੇ ਜਾਂ ਫਿਰ ਘਰ ਜਾਂਦੇ ਨੇ। ਇਕੱਲੇ ਆਪ ਆ ਰਹੇ ਜਾਂ ਹੋਰ ਰਿਸ਼ਤੇਦਾਰ ਵੀ ਨਾਲ ਉਹਨਾਂ ਦੇ। ਆਉਂਦਿਆਂ ਕਿੰਜ ਦਾ ਵਿਹਾਰ ਕਰਦੇ ਨੇ, ਕੁਝ ਵੀ ਸੋਚ ਨਹੀਂ ਸੀ ਰਿਹਾ। ਮੈਂ ਨਾ ਅਜੀਬ ਜਿਹੀਆਂ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ ਦੱਸਦਾ ਜਾ ਰਿਹਾ ਸਾਂ। ਇਹੋ ਜਿਹੀ ਉਧੇੜ-ਬੁਣ 'ਚ ਪਤਾ ਨਹੀਂ ਕਦੋਂ ਦੀ ਰਾਤ ਆਣ ਉਤਰੀ ਸੀ। ਹਸਪਤਾਲ 'ਚ ਜਗਦੀਆਂ ਲਾਈਟਾਂ ਦੇ ਚਾਨਣ 'ਚ ਵੀ ਸਾਡੇ ਸਾਹਮਣੇ ਘੁੱਪ ਹਨੇਰਾ ਪਸਰਿਆ ਹੋਇਆ ਸੀ। ਇਸ ਅਣਕਿਆਸੇ ਹਨੇਰੇ ਦੀ ਸੰਘਣੀ ਪਰਤ 'ਚੋਂ ਮੈਂ ਦਲਜੀਤ ਦੇ ਨਕਸ਼ ਤਲਾਸ਼ ਰਿਹਾ ਸਾਂ। ਨਿਰਾਸ਼ਤਾ ਤੋਂ ਬਿਨਾਂ ਸਾਡੇ ਪੱਲੇ ਕੁਝ ਵੀ ਨਹੀਂ ਸੀ ਪੈ ਰਿਹਾ, ਕੁਝ ਵੀ ਨਹੀਂ ਸੀ ਪੈ ਰਿਹਾ। ਦਿਨ ਭਰ ਦੀ ਆਵਾਜ਼ਾਰੀ ਤੇ ਸਫ਼ਰ ਦੇ ਪੰਨੇ ਦਲਜੀਤ ਦੇ ਮੰਮੀ ਡੈਡੀ ਵੀ ਆਣ ਪਹੁੰਚੇ ਸਨ। ਇਉਂ ਲੱਗਦਾ ਸੀ ਜਿਉਂ ਦਲਜੀਤ ਉਹਨਾਂ ਨੂੰ ਹੀ ਉਡੀਕਦੀ ਪਈ ਸੀ। ਬਜ਼ੁਰਗ ਬਾਪ ਨੇ ਅੱਗੇ ਹੋ ਕੇ ਧੀ ਦੇ ਸਿਰ ਤੇ ਹੱਥ ਧਰਿਆ ਸੀ। ਮਾਂ ਨੇ ਸਰਾਣੇ ਲਾ ਕੇ ਪੈਂਦਿਆਂ ਦਲਜੀਤ ਦਾ ਸਿਰ ਆਪਣੇ ਗੋਡੇ ਤੇ ਟਿਕਾਇਆ ਸੀ। ਬਸ ਇੱਕ ਵੇਰ ਉਸਨੇ ਤੈਰਦੀ ਜੀ ਨਜ਼ਰੇ ਪਹਿਲਾਂ ਸਿਰਹਾਣੇ ਬੈਠੀ ਮਾਂ ਵੱਲ ਤੇ ਬੈੱਡ ਦੇ ਆਸ-ਪਾਸ ਸਾਡੇ ਖਲੋਤਿਆਂ ਵੱਲ ਵੇਖਿਆ ਸੀ। ਫਿਰ ਉਸਨੇ ਨਜ਼ਰਾਂ ਫੇਰ ਲਈਆਂ ਸਨ ਤੇ ਹੌਲੀ-ਹੌਲੀ ਉਸਦੀਆਂ ਪਲਕਾਂ ਦੇ ਬੂਹੇ ਟੁੱਟਦੇ ਜਾ ਰਹੇ ਸਨ। ਹਸਪਤਾਲ ਦੇ ਸਟਾਫ ਵੱਲੋਂ ਬਥੇਰੀ ਆਵਾਜ਼ ਆਈ ਗਈ ਸੀ ਉਹਨੂੰ ਬਚਾਉਣ ਦੀ, ਪਰ ਸਾਡੇ ਵਹਿੰਦਿਆਂ ਉਸਨੇ 2-3 ਵਾਰ ਹਲਕੀ ਜਿਹੀ ਹਿਚਕੀ ਲਈ ਸੀ ਤੇ ਉਸਦੀਆਂ ਅੱਖਾਂ ਤਾੜੇ ਜਾ ਲੱਗੀਆਂ ਸਨ। ਟੁੱਟਵੇਂ ਜਿਹੇ ਆਖਰੀ ਸਾਹ ਦੀ ਹਲਕੀ ਜਿਹੀ ਫੂਕ 1-2 ਵਾਰ ਬਾਹਰ ਨਿਕਲੀ ਸੀ। ਸਾਹ ਦੀ ਤੰਦ ਟੁੱਟਦਿਆਂ ਸਾਰ ਉਹਦੀ ਨਿਰਜਿੰਦ ਹੋਈ ਤੌਣ ਇੱਕ ਪਾਸੇ ਨੂੰ ਟੇਢੀ ਹੋ ਗਈ ਸੀ ਤੇ ਉਹ ਸਹਿਜ ਹੋ ਗਈ ਸੀ। ਦਲਜੀਤ ਦੀ ਮੰਮੀ ਨੇ ਉਹਦੇ ਉੱਪਰ ਵਾਲਾ ਕੱਪੜਾ ਛਾਤੀ ਤੋਂ ਖਿੱਚਦਿਆਂ ਉਹਦਾ ਮੂੰਹ ਕੱਚ ਦਿੱਤਾ ਸੀ ਤੇ ਅਸਮਾਨ ਪਾੜਵੀਆਂ ਤਾਹਾਂ ਨਾਲ ਆਸਾ-ਪਾਸਾ ਕੁਰਲਾ ਉੱਠਿਆ ਸੀ। ਇੰਨੀ ਕੁ ਸਾਂਝ ਸੀ ਸਾਡੇ ਸਾਰਿਆਂ ਨਾਲ। ਆਪਣੇ ਹਿੱਸੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅੱਧ ਵਿਚਾਲੇ ਛੱਡਦੀ ਇੱਕ ਕੰਧ ਨਾਲ ਟੰਗੀ ਫੋਟੋ ਦੇ ਫਰੇਮ 'ਚ ਜਾ ਬੈਠੀ ਸੀ ਉਹ। ਜਿਸ ਅੱਗੇ ਖਲੋਤਾ ਮੈਂ ਘਰ 'ਚ ਸਾਡੇ ਤਿੰਨਾਂ ਵਿਚਾਲੇ ਪਈ ਇਸ ਨਵੀਂ ਲੀਲਾ ਬਾਰੇ ਸੋਚ ਰਿਹਾ ਹਾਂ, ਜਿਸ ਦਾ ਕੋਈ ਸਿਰਾ ਮੇਰੇ ਹੱਥ ਨਹੀਂ ਲੱਗ ਰਿਹਾ, ਜਿਸ ਦਾ ਕੋਈ ਸਿਰਾ ਮੇਰੇ ਹੱਥ ਨਹੀਂ ਲੱਗ ਰਿਹਾ। ਮੈਨੂੰ ਇਸ ਤਰ੍ਹਾਂ ਖਲੋਤੇ ਨੂੰ ਦੋਵੇਂ ਝਾਕਦੇ ਨੇ ਵਾਰ-ਵਾਰੀ। ਮੈਨੂੰ ਪਤਾ ਹੈ ਕਿ ਇਹ ਕੁਝ ਨਾ ਕੁਝ ਫਿਰ ਕਹਿਣਗੇ ਵੱਲਾ ਸੋਲਾ। ਮੈਂ ਕਈ ਵਾਰ ਸੋਚਦਾ ਕਿ ਇਹਨਾਂ ਦੋਵਾਂ ਦਾ ਇਹ ਵੱਟ ਖਾਣ ਵਾਲਾ ਵਿਹਾਰ ਪਹਿਲੇ ਦਿਨ ਤੋਂ ਤਾਂ ਨਹੀਂ ਸੀ। ਦਲਜੀਤ ਦੇ ਇਸ ਤਰ੍ਹਾਂ ਹੋ ਜਾਣ ਤੋਂ ਬਾਅਦ ਮੇਰਾ ਭੋਰਾ ਵਿਸਾਹ ਨਹੀਂ
ਸਨ ਖਾਂਦੇ। ਲੰਘੇ 2 ਸਾਲ ਜਿਵੇਂ ਮੈਂ ਇਹਨਾਂ ਦਾ ਖਿਆਲ ਰੱਖਦਾ ਰਿਹਾ, ਉਵੇਂ ਇਹਨਾਂ ਆਪਣੀ ਉਮਰ ਤੋਂ ਵੀ ਸਿਆਣਿਆਂ ਵਾਂਗ ਮੇਰੀ ਹਰ ਲੋੜ ਦਾ ਧਿਆਨ ਰੱਖਿਆ ਸੀ। ਆ ਤਾਂ ਥੋੜੇ ਦਿਨ ਪਹਿਲਾਂ ਜਦੋਂ ਦਾ ਇਹਨਾਂ ਨੂੰ ਮੇਰੇ ਤੇ ਗੁਰਮੀਤ ਬਾਰੇ ਭਿਣਕ ਪਈ ਆ, ਉਦੋਂ ਤੋਂ ਹੀ ਪੁੱਠੀਆਂ ਚੁੱਕੀਆਂ ਇਹਨਾਂ ਨੇ। ਮੈਂ ਤਾਂ ਆਪਣੇ ਵੱਲੋਂ ਬਥੇਰਾ ਲੁਕ ਲੁਕਾ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਹਰ ਕਦਮ ਫੂਕ ਰੱਖਦਾ ਰਿਹਾ, ਪਰ ਅੱਜ ਕੱਲ ਦੇ ਇਸ ਅਗਲੇ ਪੋਸ਼ ਤੋਂ ਕਿੱਥੇ ਛੁਪਿਆ ਰਿਹਾ ਜਾ ਸਕਦਾ ਹੈ। ਜਿਹੜੇ ਵਾਲ ਦੀ ਖੱਲ ਲਾਉਣ ਤੱਕ ਜਾਂਦੇ ਆ ਤੇ ਆਨੇ ਬਹਾਨੇ ਕੋਈ ਨਾ ਕੋਈ ਗੱਲ ਛੋਈ ਰੱਖਦੇ ਆ। ਇਸੇ ਤਰ੍ਹਾਂ ਤਾਂ ਉਸ ਦਿਨ ਰੋਟੀ ਰੱਖਣ ਆਈ ਸਿਮਰਨ ਨੇ ਗੱਲ ਛੇੜਦਿਆਂ ਕਿਹਾ ਸੀ, ਪਾਪਾ ਅਸੀਂ ਕਿਹੜੀ ਗੱਲ ਦਾ ਧਿਆਨ ਨਹੀਂ ਰੱਖਦੇ? ਤੁਹਾਡਾ ਲੀੜਾ ਕੱਪੜਾ ਧੋਤਾ ਬਣਿਆ ਮਿਲਦਾ ਹੈ ਨਾ ਤੁਹਾਨੂੰ? ਕੋਈ ਕਸਰ ਸਾਡੇ ਵੱਲੋਂ ਰਹਿੰਦੀ ਹੈ ਤਾਂ ਉਹ ਦੱਸੋ। ਕੀ ਦੱਸਦਾ? ਬਿਟਰ ਸਿਮਰਨ ਵੱਲ ਤੱਕਦਿਆਂ ਸੋਚਦਾ ਕਿ ਮੁਟਿਆਰ ਧੀ ਹੈ। ਕਿੰਜ ਸਮਝਾਵਾਂ ਇਹਨੂੰ ਕਿ ਬੰਦੇ ਦੀਆਂ ਸਾਰੀਆਂ ਲੋੜਾਂ ਕੱਪੜਿਆਂ ਦੀਆਂ ਤਹਿ ਹੇਠ ਨਹੀਂ ਨੱਪੀਆਂ ਜਾਂਦੀਆਂ। ਤੇ ਨਾਲ ਹੀ ਐਤਕੀ ਗਰਮੀਆਂ 'ਚ ਸ਼ਹਿਰ ਦੇ ਬਾਈਪਾਸ ਤੇ ਜਾਂਦਿਆਂ ਮੇਰੇ ਨਾਲ ਵਾਪਰੀ ਘਟਨਾ ਮੇਰੇ ਅੱਗੋਂ ਦੀ ਗੁਜ਼ਰਦੀ ਹੈ। ਸਿਖਰ ਦੁਪਹਿਰ ਲੱਗੀ ਸੀ। ਕਿਸੇ ਜ਼ਰੂਰੀ ਕੰਮ ਲਈ ਉਧਰ ਨੂੰ ਨਿਕਲਿਆ ਸਾਂ। ਰਾਹ ਜਾਂਦੇ ਸੜਕ ਦੇ ਕੰਢੇ ਖੜੀਆਂ 2 ਅਧਖੜ ਉਮਰ ਦੀਆਂ ਜ਼ਨਾਨੀਆਂ ਅਗਲੇ ਮੋੜ ਤੱਕ ਜਾਣ ਲਈ ਮੇਰੇ ਪਿੱਛੇ ਬੈਠ ਗਈਆਂ ਸਨ। ਉਹਨਾਂ ਦੀ ਨਿੱਕੀ ਮੋਟੀ ਗੱਲਬਾਤ 'ਚ ਮੈਂ ਵੀ ਆਪਣੀ ਆਦਤ ਮੁਜਬ ਹਿੱਸਾ ਲੈਣ ਲੱਗਿਆ ਸਾਂ ਤੇ ਇਸੇ ਹਿੱਸੇਦਾਰੀ 'ਚ ਸ਼ੁਰੂ ਹੋਈ ਗੱਲਬਾਤ ਕਈ ਮੋੜ ਕੱਟ ਗਈ ਸੀ। ਅੰਤ ਉਹਨਾਂ 'ਚੋਂ ਇੱਕ ਜਣੀ ਨੇ ਇਹ ਕਹਿੰਦਿਆਂ ਮੇਰੇ ਅੰਦਰਲੀਆਂ ਖੁਆਇਸ਼ਾਂ 'ਚ ਖਲਬਲੀ ਮਚਾ ਦਿੱਤੀ ਸੀ ਕਿ ਜਗ੍ਹਾ ਸਾਡੇ ਕੋਲ ਹੈਗੀ ਜੇ, 500 ਦਾ ਖਰਚਾ ਹੈ ਭਾਜੀ। ਇਹ ਸੁਣ ਕੇ ਮੈਂ ਦੁਚਿੱਤੀ 'ਚ ਪੈ ਗਿਆ ਸਾਂ, ਪਰ ਮੇਰੇ ਪਿੱਛੇ ਬਿਲਕੁਲ ਨਾਲ ਲੱਗ ਕੇ ਬੈਠੀਆਂ ਦੇ ਗੁੰਦਵੇਂ ਤੇ ਤਰਾਸ਼ੇ ਸ਼ਰੀਰਾਂ ਦੇ ਅਹਿਸਾਸ ਨਾਲ ਮੈਥੋਂ ਨਾ ਨਹੀਂ ਸੀ ਹੋਈ। ਉਹਨਾਂ 'ਚੋਂ ਇੱਕ ਜਣੀ ਨੇ ਫੋਨ ਤੇ ਕਿਸੇ ਨਾਲ ਗੱਲਬਾਤ ਕੀਤੀ ਸੀ ਤੇ ਫਿਰ ਮੈਨੂੰ ਕਿਸੇ ਨਵੀਂ ਕੱਟੀ ਕਲੋਨੀ ਵੱਲ ਮੋਟਰਸਾਈਕਲ ਲੈ ਜਾਣ ਨੂੰ ਕਿਹਾ ਸੀ। ਮੈਂ ਕਿਸੇ ਅਣਕਿਆਸੇ ਚਾਹ ਦੇ ਵਿੱਚ ਕਲੋਨੀ ਦੀਆਂ ਉੱਬੜ ਖਾਬੜ ਸੜਕਾਂ ਉੱਪਰ ਚਿਹਰੇ ਦੀ ਸ਼ਰਾਫਤ ਦਾ ਮੁਜ਼ਾਹਰਾ ਕਰਦਿਆਂ ਮੋਟਰਸਾਈਕਲ ਦੌੜਾ ਰਿਹਾ ਸਾਂ। ਮੇਰੇ ਪਿੱਛੇ ਬੈਠੀ ਉਹ ਔਰਤ ਮੇਰੀ ਵੱਖੀ ਲਾਗੇ ਦੀ ਬਾਂਹ ਕੱਢ ਕੇ ਕਦੇ ਖੱਬੇ ਮੁੜਨ ਦਾ ਇਸ਼ਾਰਾ ਕਰਦੀ ਤੇ ਕਦੇ ਸੱਜੇ। ਮੈਂ ਵੀ ਬੜੇ ਸਾਊਆਂ ਵਾਂਗ ਉਹਨਾਂ ਦੇ ਕਹੇ ਦਾ ਪਾਲਣ ਕਰਦਾ ਰਿਹਾ ਸਾਂ। ਅਸੀਂ ਸੱਜੇ ਖੱਬੇ ਮੁੜਦਿਆਂ ਉਸ ਕਲੋਨੀ ਦੀ ਸੜਕ ਦੇ ਕਈ ਗੇੜੇ ਕੱਢ ਲਏ ਸਨ। ਉਹਨਾਂ 1-2 ਵਾਰੀ ਫੋਨ ਵੀ ਕੀਤਾ ਸੀ, ਪਰ ਉਹਨਾਂ ਨੂੰ ਅੱਗਿਓਂ ਹਰੀ ਝੰਡੀ ਨਹੀਂ ਸੀ ਮਿਲ ਰਹੀ। ਲੱਗਦਾ ਸੀ ਅੱਗੋਂ ਹਰੀ ਝੰਡੀ ਮਿਲ ਨਹੀਂ ਰਹੀ ਲੱਗਦੀ, ਤਾਂ ਇਹ ਥੋੜਾ ਹੋਰ ਕਹਿੰਦੀਆਂ ਘੰਟਾ ਪਰ ਇੱਧਰ ਉੱਧਰ ਘੁਮਾਉਂਦੀਆਂ ਰਹੀਆਂ ਸਨ। ਕਲੋਨੀ 'ਚ ਕਿਤੇ ਕੋਈ ਘਰ ਅਜੇ ਉਸਰਿਆ ਸੀ।
ਤਿੱਖੜ ਦੁਪਹਿਰ ਲੱਗੀ ਹੋਣ ਕਰਕੇ ਸੜਕ ਤੇ ਵੀ ਕੋਈ ਬਿਰਲਾ ਟਾਵਾਂ ਹੀ ਫਿਰਦਾ ਸੀ। ਜਿਉਂ-ਜਿਉਂ ਸਮਾਂ ਟੱਪਦਾ ਜਾ ਰਿਹਾ ਸੀ ਤਿਉਂ-ਤਿਉਂ ਮੇਰੇ ਅੰਦਰਲੀ ਉਤਸੁਕਤਾ ਸਿਖਰ ਤੇ ਪਹੁੰਚ ਰਹੀ ਸੀ। ਮੁੜ-ਮੁੜ ਮੇਰੇ ਦਿਮਾਗ ਦੇ ਧੁਰ ਅੰਦਰੋਂ ਕਰੰਟ ਵਰਗੀ ਕੋਈ ਲਹਿਰ ਜਿਹੀ ਉੱਠਦੀ ਸੀ, ਜਿਹੜੀ ਮੇਰੇ ਅੰਦਰ ਅਜੀਬ ਜਿਹੀ ਚੁਣਚੁਣੀ ਛੇੜਦੀ ਪੈਰਾਂ ਵੱਲ ਨੂੰ ਦੌੜਦੀ ਸੀ। ਮੋਟਰਸਾਈਕਲ ਦੇ ਹੈਂਡਲ ਦੇ ਦੋਵੇਂ ਪਾਸੇ ਲੱਗੇ ਸ਼ੀਸ਼ਿਆਂ ਵਿੱਚ ਦੀ ਮੈਂ ਪਿੱਛੇ ਬੈਠੀਆਂ ਦੋਵਾਂ ਦੇ ਥੋੜੇ ਥੋੜੇ ਦਿਸਦੇ ਚਿਹਰਿਆਂ ਨੂੰ ਮੁੜ ਮੁੜ ਨਿਹਾਰਦਾ ਸਾਂ ਤੇ ਮਨ ਹੀ ਮਨ 'ਚ ਕਈ ਤਰ੍ਹਾਂ ਦੇ ਖਿਆਲ ਢਾਉਂਦਾ ਤੇ ਉਸਾਰਦਾ ਸਾਂ। ਸ਼ਾਇਦ ਇਸੇ ਕਰਕੇ ਕਿਸੇ ਗੁੱਝੇ ਚਾਅ 'ਚ ਉਸ ਦਿਨ ਕੜਕਦੀ ਧੁੱਪ ਦੀ ਵੀ ਬਹੁਤੀ ਪਰਵਾਹ ਨਹੀਂ ਸੀ। ਮੈਨੂੰ ਲੱਗਿਆ ਜਿਵੇਂ ਮੇਰੇ ਪਿੱਛੇ ਬੈਠੀਆਂ ਨੂੰ ਹਰੀ ਝੰਡੀ ਮਿਲ ਗਈ ਸੀ। ਇਸੇ ਕਰਕੇ ਉਹਨਾਂ ਤਿਰਛੇ ਜਿਹੇ ਮੋੜ ਤੋਂ ਮੁੜਦਿਆਂ ਸੜਕ ਦੇ ਅੰਤ ਤੇ ਜਾ ਕੇ ਬ੍ਰੇਕ ਮਾਰਨ ਲਈ ਕਿਹਾ ਸੀ। ਮੰਜ਼ਿਲ ਨੇੜੇ ਆਈ ਵੇਖ ਮੇਰੇ ਸਾਹ ਤੇਜ਼ ਹੋ ਗਏ ਸਨ ਤੇ ਸਰੀਰ 'ਚ ਫੁਰਤੀ ਆ ਗਈ ਸੀ। ਮੈਂ ਮੋਟਰਸਾਈਕਲ ਦਾ ਹੈਂਡਲ ਸਵਾਰ ਕੇ ਫੜਦਿਆਂ ਸਪੀਡ ਵਾਲੀ ਸੂਈ ਉੱਪਰ ਚੁੱਕ ਦਿੱਤੀ ਸੀ। ਮੇਰੇ ਤੋਂ ਅੰਦਰਲਾ ਚਾਅ ਸਾਂਭਿਆ ਨਹੀਂ ਸੀ ਜਾ ਰਿਹਾ ਤੇ ਢਿੱਡ 'ਚ ਪੁੱਟ ਤੇ ਖੁਸ਼ੀ ਤੇ ਲੱਡੂ ਮੈਨੂੰ ਹਵਾ 'ਚ ਬਿਨ ਖੰਭੋੜ ਆ ਰਹੇ ਸਨ। ਆਖਰੀ ਮੋੜ ਤੋਂ ਅਜੇ ਅਸੀਂ ਥੋੜਾ ਪਿੱਛੇ ਹੀ ਸਾਂ ਜਦੋਂ ਵੱਡੇ ਮੋਟਰਸਾਈਕਲ ਤੇ ਮੇਰੇ ਤੋਂ ਵੀ ਅੱਗੇ ਲੰਘਦਿਆਂ ਦੋ ਪੁਲਿਸ ਵਾਲਿਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ, ਜਿਨ੍ਹਾਂ ਨੂੰ ਵੇਖਦੇ ਮੇਰੇ ਤੋਤੇ ਉੱਡ ਗਏ ਸਨ ਤੇ ਮੇਰੇ ਤੋਂ ਮਸਾਂ ਬ੍ਰੇਕ ਵੱਜੀ ਹੋਈ ਸੀ। ਖਲੋਤਾ ਮੋਟਰਸਾਈਕਲ ਵੀ ਮੇਰੇ ਤੋਂ ਸਾਂਭਿਆ ਨਹੀਂ ਸੀ ਜਾ ਰਿਹਾ ਤੇ ਮੈਂ ਡਿੱਗਣੋਂ ਮਸਾਂ ਹੀ ਬਚਿਆ ਸਾਂ। ਗਿਆਨੀ ਕਿੱਧਰ ਹੈ? ਉਹਨਾਂ 'ਚ ਇੱਕ ਜਣਾ ਮੇਰੇ ਉਤਰੇ ਹੋਏ ਚਿਹਰੇ ਵੱਲ ਵੇਖਦਾ ਹੋਇਆ ਬੋਲਿਆ ਸੀ, ਇੱਧਰ ਪਲਾਟ ਵੇਖਣ ਆਏ ਸਾਂ ਜੀ। ਪਲਾਟ ਜੇ ਵੇਖਣ ਹੀ ਆਏ ਸਾਂ ਜੀ। ਮੇਰੇ ਤੋਂ ਥਿਰਕਦੀ ਜ਼ਬਾਨ ਨੇ ਮਰੀਅਲ ਜੀ ਆਵਾਜ਼ 'ਚ ਮਸਾਂ ਕਿਹਾ ਹੋਇਆ ਸੀ। ਬੀਬੀਆਂ ਕੌਣ ਹੈ ਜਿਹੜੀਆਂ ਸਿਰ ਦਾ ਮੇਰੇ ਮਗਰ ਬਿਠਾਈ ਫਿਰਦਾ? ਦੂਜਾ ਮੁਲਾਜ਼ਮ ਪਿੱਛੇ ਖਲੋਤੀਆਂ ਜਨਾਨੀਆਂ ਵੱਲ ਮੂੰਹ ਕਰਕੇ ਬੋਲਿਆ ਸੀ, ਪਤਾ ਨਹੀਂ ਸਰ, ਇਹਨਾਂ ਨੇ ਵੀ ਕਿਤੇ ਇੱਧਰ ਹੀ ਆਉਣਾ ਸੀ ਤੇ ਮੇਰੇ ਪਿੱਛੇ ਬੈਠ ਗਈਆਂ। ਪਿਛਲੇ 1 ਘੰਟੇ ਤੋਂ ਤੂੰ ਇਹਨਾਂ ਨੂੰ ਲੈ ਕੇ ਇੱਧਰ ਉੱਧਰ ਘੁੰਮੀ ਜਾਣਾ, ਅਵਾਰਾਗਰਦੀ ਕਰਦਾ। ਕਿਹੜਾ ਪਿਓ ਵਾਲਾ ਪਲਾਟ ਆ ਇੱਥੇ ਜਿਹੜਾ ਤੈਨੂੰ ਲੱਭੇ ਨਹੀਂ ਹੁਣ ਤੱਕ? ਹਾਂ, ਸੁਣ ਕੇ ਮੈਂ ਟੰਬਰ ਗਿਆ ਸਾਂ। ਇਹਨੂੰ ਕਿਉਂ ਕੋਈ ਜਵਾਬ ਨਹੀਂ ਸੀ ਔੜਿਆ। ਨਹੀਂ ਤੁਹਾਨੂੰ ਉਸ ਦਿਨ ਨਹੀਂ ਸੀ ਲੱਗੀ? ਫਿਰ ਨਿਕਲ ਤੁਰੀਆਂ ਜੇ। ਸਾਡੇ ਤੋਂ ਥੋੜਾ ਹਟਵਾ ਖਲੋਤੀ ਉਹਨਾਂ ਦੋਹਾਂ ਔਰਤਾਂ ਵੱਲ ਵੇਖਦਿਆਂ ਪਹਿਲੇ ਨੇ ਉਹਨਾਂ ਨੂੰ ਵੀ ਦਬਕਾ ਮਾਰਿਆ ਸੀ। ਭਾਜੀ ਖਰਚੇ ਵਰਚੇ ਦੀ ਤੰਗੀ ਕਰਕੇ ਆਉਣਾ ਪੈਂਦਾ ਹੈ, ਉਂਝ ਕਿਤੇ ਜੀ ਕਰਦਾ ਇੱਧਰ ਧੱਕਰ ਖਾਣ ਨੂੰ। ਮੈਂ ਵੇਖਿਆ ਉਹਨਾਂ ਦੇ ਚਿਹਰੇ ਤੇ ਕੋਈ ਬਹੁਤਾ ਡਰ ਖੌਫ ਨਹੀਂ ਸੀ ਤੇ ਲੱਗਦਾ ਸੀ ਜਿਵੇਂ ਉਹ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਪਛਾਣਦੇ ਹੋਣ। ਕਿਤੇ ਐਸਐਚਓ ਸਾਹਿਬ ਨੇ ਦੁਬਾਰਾ ਵੇਖ ਲੈਣਾ ਤਾਂ ਤੁਹਾਡੇ ਤੋਂ ਜ਼ਮਾਨਤ ਨਹੀਂ ਹੋਣੀ ਇਸ ਵਾਰ। ਵਾਜੋ ਇੱਥੋਂ ਭੜੀਆਂ ਮਾਨਸ ਬਣ ਕੇ। ਚਲੋ ਨਿਕਲੋ ਚਲੋ ਤੁਰਦੀਆਂ। ਪੁਲਿਸ ਵਾਲਿਆਂ ਦਾ ਝੂਠਾ ਜਿਹਾ ਦਬਕਾ ਸੁਣ ਕੇ ਖਾਲੀ ਪਲਾਟਾਂ ਵਿੱਚੋਂ ਦੀ ਉੱਗੇ ਕੱਖ ਕਾਨ ਦੀ ਪਰਵਾਹ ਕੀਤੇ ਬਗੈਰ ਤਿੱਤਰ ਹੋ ਗਈਆਂ ਸਨ। ਮੈਂ ਧੌਣ ਸੁੱਟੀ ਆਪਣੇ ਬਾਰੇ ਸੋਚ ਰਿਹਾ ਸਾਂ। ਸ਼ਰਮਿੰਦਗੀ ਤੇ ਨਮੋਸ਼ੀ ਕਰਕੇ ਮੇਰੀ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਸੀ ਬਚੀ। ਪਸੀਨੇ ਦੀਆਂ ਕਰਾਲਾਂ ਵਗ ਕੇ ਪਿਕਸੋ ਲੱਗੀ ਦਾੜੀ ਦੇ ਵਾਲ ਵੀ ਚਿਪਚਿਪੇ ਜਿਹੇ ਹੋ ਕੇ ਖੰਡਰ ਪੁੰਡਰ ਗਏ ਸਨ। ਗੁਰਬਾਜ ਜ਼ਰਾ ਲਾਇਆ ਖਾਂ ਗਿਆਨੀ ਦੀ ਤਲਾਸ਼ੀ। ਇਹੋ ਜਿਹੇ ਪੁੜੀਆਂ ਪੜੀਆਂ ਦੇ ਨਾਲ ਮੌਜ ਮਸਤੀ ਵਾਸਤੇ ਹੋਰ ਵੀ ਸਮਾਨ ਜੇਬ 'ਚ ਪਾ ਕੇ ਰੱਖਦੇ ਆ। ਦੂਜਾ ਮੁਲਾਜ਼ਮ ਅੱਗੇ ਹੋ ਕੇ ਮੇਰੀਆਂ ਜੇਬਾਂ ਫਰੋਲਣ ਲੱਗ ਪਿਆ। ਮੈਂ ਡਰਦਾ ਮਾਰਾ ਚੁੱਪਚਾਪ ਉਹਦੇ ਸਾਹਮਣੇ ਖੜਾ ਸਾਂ। ਉਸਨੇ ਮੇਰੀ ਉੱਪਰਲੀ ਜੇਬ ਵਿੱਚੋਂ ਮੋਬਾਈਲ ਕੱਢ ਕੇ ਡਾਇਲ ਕੀਤੇ ਨੰਬਰਾਂ ਵਾਲੀ ਸੂਚੀ ਫਰੋਲ ਕੇ ਪੁੱਛਿਆ, ਅੱਛਾ
ਜੁਗਰਾਜ ਕੌਣ ਹੈ? ਬੜੀ ਵਾਰ ਫੋਨ ਕੀਤਾ ਜੀ ਇਹਨੂੰ। ਕੌਣ ਆ ਜੁਗਰਾਜ? ਮੇਰੇ ਤੋਂ ਕੰਬਦੀ ਜਿਹੀ ਆਵਾਜ਼ 'ਚ ਕਿਹਾ ਹੋਇਆ ਸੀ। ਜਨਾਬ, ਲੜਕਾ ਜੇ ਮੇਰਾ ਕਾਲਜ ਪੜ੍ਹਦਾ ਪਹਿਲੇ ਸਾਲ 'ਚ। ਮੇਰੇ ਮੂੰਹ ਸੁਣਦੇ ਸਾਰ ਉਹਦੇ ਚਿਹਰੇ ਦੀ ਖਚਰੀ ਜਿਹੀ ਰਵਾਨੀ ਪਸਰ ਗਈ ਸੀ। ਮੇਰੀ ਗੱਲ ਨੂੰ ਅੱਧ 'ਚੋਂ ਹੀ ਬੂਝ ਲਿਆ ਸੀ ਉਹਨੇ ਤੇ ਕਿਹਾ, ਅੱਛਾ, ਪਰ ਕਰਕੇ ਫੋਨ ਮੁੰਡੇ ਨੂੰ ਦਸੀਏ ਪਿਓ ਦੀਆਂ ਕਾਰਸਤਾਨੀਆਂ। ਹਾਂ, ਇੱਥੇ ਬੁਲਾ ਲੈਨੇ ਆ ਉਹਨੂੰ ਵੀ, ਜਰਾ ਪਾਪੇ ਦੇ ਲਾਈਵ ਸ਼ੋਅ ਦਾ ਨਜ਼ਾਰਾ ਵੇਖ ਲਵੇ ਉਹ ਵੀ। ਕੀ ਕਹਿੰਦਾ, ਬੁਲਾ ਲਈਏ? ਨਾਲ ਹੀ ਉਸਨੇ ਆਪਣੇ ਅੰਗੂਠੇ ਦਾ ਪੋਟਾ ਡਾਇਲ ਕਰਨ ਵਾਲੇ ਨੰਬਰ ਤੇ ਰੱਖ ਦਿੱਤਾ। ਜੀ ਨੂੰ ਵੇਖਦੇ ਦਰਾ ਨਿਕਲ ਗਿਆ ਸੀ ਮੇਰਾ ਤੇ ਸਾਹ ਤਾਂ ਹੀ ਰਹਿ ਗਿਆ ਸੀ। ਮੈਨੂੰ ਲੱਗਿਆ ਜਿਵੇਂ ਉਸਨੇ ਅੰਗੂਠਾ ਕਿਸੇ ਬਟਨ ਤੇ ਨਹੀਂ ਬਲਕਿ ਮੇਰੀ ਸੰਗੀ 'ਚ ਦਿੱਤਾ ਹੋਵੇ ਤੇ ਮੈਂ ਕਿਸੇ ਸੇਵਾ ਹੋ ਰਹੇ ਜਾਨਵਰ ਵਾਂਗ ਆਪਣੀ ਜਾਨ ਬਖਸ਼ੀ ਲਈ ਹੱਥ ਪੈਰ ਮਾਰਦਿਆਂ ਹਾੜੇ ਕੱਢ ਰਿਹਾ ਸੀ। ਨਾ ਜਨਾਬ, ਨਾ, ਇੰਜ ਨਾ ਕਰਿਓ ਕਿਤੇ। ਘਰ ਬਾਰ ਮਿੱਟੀ ਪਲੀਤ ਹੋ ਜਾਏਗੀ ਮੇਰੀ। ਐਵੇਂ ਮੱਤ ਤੇ ਪਰਦਾ ਪੈ ਗਿਆ ਸੀ ਜਨਾਬ। ਇੰਜ ਨਾ ਕਰਿਓ, ਇੰਜ ਨਾ ਕਰਿਓ। ਮੈਂ ਉਹਨਾਂ ਦੇ ਗੋਡਿਆਂ ਤੇ ਝੁਕਦਿਆਂ ਲੜੀਆਂ ਕੱਟਣ ਲੱਗ ਗਿਆ ਸਾਂ। ਨਾ, ਆਪਣੇ ਉਧਰ ਹੀ ਅੱਧੀ ਉਮਰ ਦੀਆਂ ਇੱਕ ਵੀ ਨਹੀਂ ਇਕੱਠੀਆਂ ਦੋ ਦੋ ਪਿੱਛੇ ਬਿਠਾਈ ਫਿਰਦਾ ਤੇ ਹੁਣ ਰੋਈ ਜਾਣਾ। ਅਜੇ ਤਾਂ ਚੌਂਕੀ ਚੱਲਣਾ, ਆਵਾਜ਼ ਫੋਟੋ ਛਪਣੀ ਗੱਲ ਨੂੰ। ਗਲੀ ਮੁਹੱਲੇ ਤੇ ਹੋਰ ਰਿਸ਼ਤੇਦਾਰੀ ਵਾਹ ਵਾਹ ਵੀ ਹੋਣੀ ਜੇ। ਆ ਪਹਿਲੇ ਹੀ ਰੀ ਨਹੀਂ ਕਰਨ ਲੱਗਾ। ਕੀ ਕਹਿੰਦਾ? ਲੱਗਣੀਆਂ ਅਖਬਾਰਾਂ 'ਚ ਫੋਟੋਆਂ। ਲੱਗਿਆ ਰੀ ਨਹੀਂ ਕਰਨ। ਕੀ ਕਹਿੰਦਾ? ਪੁਲਿਸ ਵਾਲੇ ਨੇ ਪਰਵੱਟੇ ਉੱਪਰ ਥੱਲੇ ਕਰਦਿਆਂ ਇੱਕੋ ਸਾਹ ਕਿਹਾ ਸੀ। ਮੇਰਾ ਦਿਲ ਬਹਿੰਦਾ ਜਾ ਰਿਹਾ ਸੀ ਤੇ ਉਹ ਮੇਰੀ ਇਸ ਹਾਲਤ ਤੇ ਮਜ਼ੇ ਲੈ ਰਹੇ ਸਨ। ਉਹਨਾਂ ਦੇ ਹੱਥ ਮੇਰੀ ਦੁੱਖ ਦੀ ਰਗ ਆ ਗਈ ਸੀ। ਇਸ ਲਈ ਮੈਂ ਆਪਣੀ ਬੰਦ ਖਲਾਸੀ ਕਰਨ ਲਈ ਤਰਲੇ ਤੇ ਹਾੜੇ ਕੱਢ ਰਿਹਾ ਸਾਂ। ਥੋੜਾ ਅਟਕ ਕੇ ਮੈਂ ਆਪਣੇ ਕੰਮ ਦੇ ਹੱਥਾਂ ਨਾਲ ਪਰਸ ਖੋਲਿਆ ਸੀ। ਬਿਜਲੀ ਦਾ ਬਿੱਲ ਭਰਨ ਲਈ ਰੱਖਿਆ 4,500 ਰੁਪਇਆ ਕਈ ਤਰ੍ਹਾਂ ਦੇ ਝੂਠੇ ਸੱਚੇ ਟਸ਼ਨ ਕਰਦਿਆਂ ਦੀ ਜੇਬ 'ਚ ਪਾਇਆ ਸੀ। ਜੇਬ ਗਰਮ ਕਰਕੇ ਵੀ ਉਹਨਾਂ ਪਿਓ ਦੇ ਪੁੱਤਰਾਂ ਗੱਲਾਂ 'ਚ ਮੇਰੀ ਹਰ ਤਰ੍ਹਾਂ ਦੀ ਕੁੱਤੇ ਖਾਣੀ ਕਰਨ 'ਚ ਕੋਈ ਕਸਰ ਨਹੀਂ ਸੀ ਛੱਡੀ ਤੇ ਭੱਜ ਜਾਣ ਲਈ ਦਬਕਾ ਵੀ ਮਾਰਿਆ ਸੀ। ਮੈਂ ਵੀ ਉਨੀ ਪੈਰੀ ਮੋਟਰਸਾਈਕਲ ਮੋੜਦਿਆਂ ਮੋੜ ਪਿਛਾਂ ਭੌਂਕੇ ਨਹੀਂ ਸੀ ਵੇਖਿਆ। ਆਪਣੇ ਵੱਲੋਂ ਤਾਂ ਹੁਣ ਵੀ ਇਹ ਪਿਛਾਂ ਭੌਂਕੇ ਵੇਖਣ ਵਾਲਾ ਕਦਮ ਕੋਈ ਕਾਹਲ 'ਚ ਨਹੀਂ ਸੀ ਪੁੱਟਿਆ ਜਿਹਦੇ ਕਰਕੇ ਇਹਨਾਂ ਨਿਆਣਿਆਂ ਘਰ 'ਚ ਕਲੇਸ਼ਖਾਨਾ ਖੜਾ ਕੀਤਾ। ਗੁਰਮੀਤ ਮੇਰੇ ਦੋਸਤ ਦੀ ਨੇੜਲੀ ਰਿਸ਼ਤੇਦਾਰੀ 'ਚੋਂ ਹੈ। ਆਪਣੀ ਵਿਆਹੁਤਾ ਜ਼ਿੰਦਗੀ ਹੱਥੋਂ ਬੁਰੀ ਤਰ੍ਹਾਂ ਝੰਬੀ ਹੋਈ। ਅਦਾਲਤੀ ਫੈਸਲਿਆਂ ਨੂੰ ਉਡੀਕਦੀ ਕਾਲਿਓਂ ਚਿੱਟੀ ਹੋ ਗਈ ਸੀ ਪਰ ਘਰ ਵਾਲੀ ਨਾ ਬਣ ਸਕੀ। ਬੱਚਾ ਵੀ ਦੱਸਦੀ ਸੀ ਆਪਣਾ ਇੱਕ, ਉਹ ਵੀ ਕਾਨੂੰਨੀ ਚਾਰਾ ਜ਼ੋਈ 'ਚ ਅਗਲੇ ਲੈ ਗਏ ਸਨ। ਕਈ ਵਰੇ ਬਜ਼ੁਰਗ ਮਾਂ ਨਾਲ ਰਹਿੰਦੀ ਰਹੀ ਸੀ। ਉਹ ਵੀ ਪਿਛਲੇ ਵਰੇ ਰੱਬ ਨੂੰ ਪਿਆਰੀ ਹੋ ਗਈ ਸੀ। ਹਟਵੇਂ ਰਹਿੰਦੇ ਭਰਾ ਭਰਜਾਈ ਪਹਿਲਾਂ ਹੀ ਇਸ ਤੋਂ ਕੰਨੀ ਕਤਰਾਉਂਦੇ ਸਨ। ਹੁਣ ਤਾਂ ਮੇਰੇ ਵਾਂਗ ਹੀ ਇਕੱਲਤਾ ਦੀ ਮਾਰੀ ਆਸਰਾ ਭਾਲਦੀ ਸੀ।
ਇਸ ਆਸ-ਪਾਸ ਦੀ ਹਰ ਤਰ੍ਹਾਂ ਦੀ ਸੋਚ ਵਿਚਾਰ ਤੋਂ ਬਾਅਦ ਲਿਆ ਇਹ ਫੈਸਲਾ ਮੈਂ ਇਹਨਾਂ ਨਿਆਣਿਆਂ ਨੂੰ ਦੱਸ ਬੈਠਾ ਸਾਂ। ਇਹਨਾਂ ਸੁਣਦਿਆਂ ਸਾਰਾ ਸਮਾਨ ਸਿਰ ਤੇ ਚੁੱਕ ਲਿਆ ਸੀ। ਕਿਸੇ ਨੂੰ ਵੀ ਦੱਸਣ 'ਚ ਰੱਤੀ ਪਰ ਝਿਜਕਦੇ ਨਹੀਂ। ਅਖੇ ਸਮਝਾਇਓ ਡੈਡੀ ਨੂੰ, ਇਸ ਉਮਰ ਲਾੜਾ ਬਣ ਕੇ ਵਿਆਹ ਕਰਾਉਣ ਨੂੰ ਫਿਰਦਾ। ਸਾਨੂੰ ਲੋਕ ਟਿਚਰਾਂ ਕਰਨਗੇ ਬਾਹਰ। ਇਸ ਉਮਰੇ ਲਾੜਾ ਬਣ ਕੇ ਵਿਆਹ ਕਰਾਉਣ ਨੂੰ ਫਿਰਦਾ, ਸਾਨੂੰ ਲੋਕ ਟਿਚਰਾਂ ਕਰਨਗੇ ਬਾਹਰ। ਸਮਝਾਇਓ ਡੈਡੀ ਨੂੰ, ਸਮਝਾਇਓ ਡੈਡੀ ਨੂੰ, ਸਮਝਾਇਓ। ਮੈਂ 20 ਵਾਰੀ ਕਿਹਾ ਬੈਠਾ ਉਸ ਦਿਨ ਦਾ, ਬਈ ਕਾਕਾ ਠੰਡ ਰੱਖੋ, ਐਵੇਂ ਕੱਪੜਿਆਂ 'ਚੋਂ ਬਾਹਰ ਨਹੀਂ ਹੋਈਦਾ। ਪਰ ਕਿੱਥੇ ਅਸਰ ਹੁੰਦਾ ਮੇਰੀਆਂ ਕਈਆਂ ਗੱਲਾਂ ਦਾ। ਉਸ ਦਿਨ ਮੁੰਡੇ ਨੂੰ ਥੋੜਾ ਵੱਖਰਾ ਸਮਝਾਉਂਦਿਆਂ ਮੈਂ ਕਿਹਾ ਸੀ, ਦੇਖ ਕਾਕਾ, ਜਦੋਂ ਘਰ ਦੀ ਜਵਾਨ ਭੈਣ ਹੋ ਰਹੀ ਹੋਵੇ ਨਾ, ਉਹਦੀਆਂ ਵੱਖਰੀ ਤਰ੍ਹਾਂ ਦੀਆਂ ਲੋੜਾਂ ਤੇ ਮੁਸ਼ਕਲਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਸਮਝਣਾ ਤੇਰੇ ਵੱਸ 'ਚ ਨਹੀਂ ਹੈ। ਨਾ ਤੇਰੇ ਵੱਸ ਹੈ, ਨਾ ਮੇਰੇ ਵੱਸ ਹੈ। ਸਮਝੀਦਾ ਹੁੰਦਾ। ਅੱਗੇ ਬਣਾ ਸਵਾਰ ਕੇ ਕਹਿੰਦਾ, ਡੈਡ, ਆ ਸਿਮਰਨ ਦੇ ਬਹਾਨੇ ਐਵੇਂ ਹੋਰ ਟੁੱਚਰ ਨਾ ਕਰ ਖੜੀ ਕਰੋ। ਉਹਦੀ ਕੋਈ ਗੋਦੀ ਖੇਡਣ ਦੀ ਉਮਰ ਨਹੀਂ ਹੈ ਹੁਣ। ਪੂਰਾ ਘਰ ਸੰਭਾਲਦੀ ਆ ਹੁਣ, ਤੇ ਵੱਡੀ ਜਮਾਤ 'ਚ ਪੜ੍ਹਦੀ ਆ ਅਗਲੀ। ਜੁਗਰਾਜ ਦੇ ਮੂੰਹ ਸੁਣ ਕੇ ਮੈਂ ਬੇਸ਼ੱਕ ਚੁੱਪ ਹੋ ਗਿਆ ਸਾਂ, ਪਰ ਅੱਜ ਵੀ ਜਦੋਂ ਮੈਨੂੰ ਡਾਕਟਰ ਸ਼ਰਮੇ ਦੀ ਕਈ ਗੱਲ ਚੇਤੇ ਆਉਂਦੀ ਹੈ ਨਾ, ਤਾਂ ਕੱਚਾ ਜਿਹਾ ਹੋ ਜਾਣਾ। ਉਦੋਂ ਮੈਨੂੰ ਸਿਮਰਨ ਕੁਝ ਦਿਨ ਤੋਂ ਅਨਮਨੀ ਜੀ ਲੱਗੀ ਸੀ। ਇਸ ਲਈ ਮੈਂ ਉਸਨੂੰ ਡਾਕਟਰ ਕੋਲ ਲੈ ਗਿਆ ਸਾਂ। ਡਾਕਟਰ ਨੇ ਨਿੱਕੀ ਮੋਟੀ ਜਾਂਚ ਕਰਨ ਤੋਂ ਬਾਅਦ ਮੇਰੇ ਹੱਥ 'ਚ ਸਲਿੱਪ ਦਿੰਦਿਆਂ ਨੇੜੇ ਮੈਡੀਕਲ ਸਟੋਰ ਤੋਂ ਕੋਈ ਦਵਾਈ ਲਿਆਉਣ ਲਈ ਕਿਹਾ ਸੀ। ਸਟੋਰ ਤੋਂ ਖਰੀਦੀ ਦਵਾਈ ਜਦੋਂ ਮੈਂ ਚੈੱਕ ਕਰਾਉਣ ਲਈ ਵਾਪਸ ਕੈਬਿਨ 'ਚ ਅੰਦਰ ਆਇਆ, ਤਾਂ ਉਦੋਂ ਤੱਕ ਇੱਕ ਹੋਰ ਬਜ਼ੁਰਗ ਔਰਤ ਵੀ ਡਾਕਟਰ ਲਾਗੇ ਆਣ ਬੈਠੀ ਸੀ। ਡਾਕਟਰ ਨੇ ਮੇਰੇ ਹੱਥੋਂ ਦਵਾਈ ਫੜਦਿਆਂ ਮੇਰੀ ਨਿਗਾਹ ਨਾਲ ਨਿਗਾਹ ਮਿਲਾ ਕੇ ਬੜੀ ਸਹਿਜਤਾ ਨਾਲ ਕਿਹਾ ਸੀ ਕਿ ਸਰਦਾਰ ਸਾਹਿਬ, ਚਿੰਤਾ ਵਰਗੀ ਕੋਈ ਗੱਲ ਨਹੀਂ ਹੈ। ਦੱਸਿਆ ਮੈਨੂੰ ਬੇਟੀ ਨੇ, ਦਰਅਸਲ ਡੇਟ ਆ ਰਹੀ ਹੈ ਇਹਨੂੰ, ਤੇ ਇਹਨਾਂ ਦਿਨਾਂ 'ਚ ਔਰਤ ਦੇ ਸਰੀਰ 'ਚ ਨਿੱਕੀ ਮੋਟੀ ਢਿੱਲਮੱਠ ਆ ਜਾਂਦੀ ਹੈ। ਡੋਂਟ ਵਰੀ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਬੇਸ਼ੱਕ ਡਾਕਟਰ ਵਾਸਤੇ ਇਹ ਗੱਲ ਆਮ ਜੀ ਹੋਵੇ, ਪਰ ਮੈਂ ਉੱਥੇ ਖੜਾ ਸ਼ਰਮਿੰਦਗੀ ਤੇ ਮਣਾ ਮੋਹੀ ਭਾਰ ਹੇਠ ਨੱਪਿਆ ਗਿਆ ਸਾਂ। ਸਿਮਰਨ ਵੀ ਅੱਖਾਂ ਝੁਕਾ ਕੇ ਹੇਠਾਂ ਨੂੰ ਵੇਖਣ ਲੱਗ ਪਈ ਸੀ। ਕੈਬਿਨ ਅੰਦਰ ਸਿਮਰਨ ਦੇ ਕੋਲ ਬੈਠੀ ਉਸ ਬਜ਼ੁਰਗ ਔਰਤ ਨੇ ਨਿਗਾਹ ਭਰ ਕੇ ਮੇਰੇ ਚਿਹਰੇ ਵੱਲ ਵੇਖਿਆ ਸੀ ਤੇ ਜਿਵੇਂ ਕੁਝ ਪੜ੍ਹ ਰਹੀ ਹੋਵੇ, ਤੇ ਫਿਰ ਸਿਮਰਨ ਦੀ ਪਿੱਠ ਤੇ ਹੱਥ ਰੱਖਦਿਆਂ ਹੌਲੀ ਜਿਹੀ ਬੋਲੀ ਸੀ, ਗੁੱਡੀ, ਇਹੋ ਜਿਹੇ ਵੇਲੇ 'ਚ ਮੰਮੀ ਨਾਲ ਆਈਦਾ ਹੁੰਦਾ ਬੇਟਾ, ਮੰਮੀ ਨੂੰ ਨਾਲ ਲਿਆਈਦਾ ਹੁੰਦਾ ਇਹੋ ਜਿਹੇ ਵੇਲੇ। ਤੇ ਉਹਦੇ ਮੂੰਹੋਂ ਮੰਮੀ ਦਾ ਨਾਮ ਸੁਣਦੇ ਸਾਡੇ ਦੋਵਾਂ ਦੇ ਚਿਹਰਿਆਂ ਨੇ ਤੇ ਚਿੰਤਾ ਦੀਆਂ ਰੇਖਾਵਾਂ ਹੋਰ ਗੂੜ੍ਹੀਆਂ ਹੋ ਗਈਆਂ ਸਨ। ਇਸ ਲਈ ਮੈਂ ਗੁਰਮੀਤ ਵਾਲਾ ਫੈਸਲਾ ਲਿਆ ਸੀ, ਪਰ ਇਹ ਦੋਵੇਂ ਮੇਰੇ ਤੇ ਗੁਰਮੀਤ ਵਿੱਚ ਚਾਲੇ ਕੰਧ ਬਣ ਕੇ ਆਣ ਖਲੋਤੇ ਸਨ। ਇਸ ਮਾਮਲੇ 'ਚ ਮੈਂ ਵੀ ਹਾਰ ਮੰਨਣ ਵਾਲਾ ਨਹੀਂ ਸਾਂ। ਇਸੇ ਲਈ ਮੈਂ ਉਸ ਦਿਨ ਇੱਕ ਹੋਰ ਪੈਂਤੜਾ ਬਦਲਦਿਆਂ ਇੱਕ ਹੰਬੜਾ ਹੋਰ ਮਾਰਨ ਦੀ ਕੋਸ਼ਿਸ਼ ਕੀਤੀ। ਰਾਤ ਦੀ ਰੋਟੀ ਖਾਂਦੇ ਮੁੰਡੇ ਨੂੰ ਮੈਂ ਗੱਲਾਂ 'ਚ ਟੁੰਬਿਆ ਸੀ ਕਿ ਕਾਕਾ, ਬੇਟਾ ਜੁਗਰਾਜ, अब मेरी गल जरा ठंडे मन नाल सोची ते विचार करिए दे देख, सारा दिन तेनों भी मेरे वांग हज़ारां काम रहिंदे आ। पहला कॉलेज जांदा, फिर ट्यूशन ते जांदा, घर दे होर निक्के मोटे काम कार, मेरा सारा दिन घर च रहिंदा। सिमरन घर कल्ली जो हुंदी आ। जमाना किहड़ा जा रहा बेटा, तू आप सियाणा, मेरी कही गल ते गौर करी बेटा।
ਇਹ ਕਹਿ ਕੇ ਮੈਂ ਥੋੜੇ ਸਮੇਂ ਲਈ ਚੁੱਪ ਹੋ ਗਿਆ ਸਾਂ। ਇਸ ਵੇਰਾਂ ਜੁਗਰਾਜ ਨੇ ਤੁਰੰਤ ਅੱਗੇ ਕੋਈ ਜਵਾਬ ਨਹੀਂ ਸੀ ਦਿੱਤਾ। ਚੁੱਪਚਾਪ ਸੁਣਦਾ ਰਿਹਾ ਸੀ ਤੇ ਖਾਲੀ ਖਾਲੀ ਝਾਕਦਾ ਰਿਹਾ ਸੀ। ਉਹਦੇ ਚਿਹਰੇ ਦੇ ਬਦਲਦੇ ਹਾਵ ਭਾਵ ਤੋਂ ਉਹਦੇ ਅੰਦਰਲੀ ਹਿਲਜੁਲ ਦਾ ਬੇਸ਼ੱਕ ਪੱਕੇ ਤੌਰ ਤੇ ਕੋਈ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ, ਫਿਰ ਵੀ ਮੇਰੀ ਕਹੀ ਗੱਲ ਦਾ ਅਸਰ ਕਬੂਲਿਆ ਲੱਗਦਾ ਸੀ ਉਹਨੇ। ਤਾਂ ਹੀ 2-4 ਦਿਨ ਉਹ ਵੀ ਚੁੱਪ ਰਿਹਾ ਸੀ ਤੇ ਸਹਿਜ ਵੀ, ਜਿਵੇਂ ਇਸ ਮਸਲੇ ਤੇ ਉਹਦੀ ਕੋਈ ਰਾਏ ਬਣ ਰਹੀ ਹੋਵੇ। ਉਹਦੀ ਸਹਿਜਤਾ ਮੇਰੇ ਸੀਨੇ ਠੰਡ ਪਾਉਣ ਵਾਂਗ ਸੀ। ਮੇਰੇ ਤੇ ਗੁਰਮੀਤ ਵਿਚਲੀ ਦੂਰੀ ਘੱਟ ਹੋ ਰਹੀ ਲੱਗਦੀ ਸੀ। ਮਨ ਹੀ ਮਨ 'ਚ ਮੈਨੂੰ ਉਦਾਸੀ ਦੇ ਝੰਬੇ ਇਸ ਘਰ 'ਚ ਗੁਰਮੀਤ ਦੀ ਸੋਹਲ ਜਿਹੀ ਪੈੜ ਚਾਲ ਸੁਣਾਈ ਦੇਣ ਲੱਗੀ ਸੀ। ਆਪਣੇ ਮਨ ਦੇ ਹਨੇਰੇ ਖੂੰਜੇ ਮੁੜ ਜਗਣ ਦੀ ਚਾਹਤ 'ਚ ਮੈਂ ਆਪਣੇ ਆਪ ਹੀ ਕਈ ਪ੍ਰੋਗਰਾਮ ਵੀ ਉਲੀਕ ਲਏ ਸਨ। ਮੈਨੂੰ ਪਤਾ ਸੀ ਕਿ ਗੁਰਮੀਤ ਦੇ ਆਉਣ ਵਾਲੇ ਦੋਵੇਂ ਵੀ ਪਰਚ ਜਾਣਗੇ। ਘਰ ਦੇ ਨਾਲ ਨਾਲ ਮੇਰੀ ਆਪਣੀ ਰੋਲ ਕਚੋਲ ਹੋਈ ਜ਼ਿੰਦਗੀ ਮੁੜ ਥਾਂ ਸਿਰ ਹੁੰਦੀ ਲੱਗ ਰਹੀ ਸੀ। ਉਸ ਦਿਨ ਮੈਂ ਪਿਛਲੇ ਕਈ ਚਿਰ ਦੀ ਖਰੀਦ ਕੇ ਰੱਖੀ ਗੁੱਲਾਨਾਰੀ ਪੱਗ ਦੀ ਇੱਕ ਕੰਨੀ ਮੁੰਡੇ ਨੂੰ ਫੜਾ ਕੇ ਪੂਣੀ ਕੀਤੀ ਸੀ ਤੇ ਫਿਰ ਸ਼ੀਸ਼ੇ ਸਾਹਮਣੇ ਖਲੋ ਕੇ ਕੱਲਾ ਕੱਲਾ ਪੇਚ ਸਵਾਰ ਕੇ ਬੰਨੀ ਸੀ। ਹੋਰ ਵੀ ਨਿੱਕੀ ਮੋਟੀ ਤਿਆਰੀ 'ਚ ਮੈਂ ਕਿਸੇ ਕਿਸਮ ਦੀ ਢਿੱਲ ਨਹੀਂ ਸਾਂ ਰਹਿਣ ਦੇਣੀ ਚਾਹੁੰਦਾ। ਘਰ ਜਾ ਰਹੇ ਨੇ ਸੁਹਾਵਣਾ ਘਰ ਜਾ ਰਹੇ ਇਹਨਾਂ ਸੁਹਾਵਣੇ ਪਲਾਂ ਨੂੰ ਮੈਂ ਨਿਆਣਿਆਂ ਸਣੇ ਰੱਜ ਕੇ ਮਾਣਨਾ ਚਾਹੁੰਦਾ ਸਾਂ। ਜਿਸ ਦਿਨ ਦਾ ਮੈਂ ਸਿਮਰਨ ਵਾਲੀ ਪੈਂਤੜੀ ਨਾਲ ਜੁਗਰਾਜ ਦੇ ਭਰਾ ਆਪਣੇ ਨੂੰ ਟੁੰਬਿਆ ਸੀ, ਉਸੇ ਦਿਨ ਤੋਂ ਗੰਭੀਰਤਾ ਵਿਖਾ ਰਿਹਾ ਸੀ। ਘਰ 'ਚ ਰਹਿੰਦੇ ਇਸ ਕਲੇਸ਼ਖਾਨੇ ਤੋਂ ਉਹ ਵੀ ਅੱਕ ਗਿਆ ਲੱਗਦਾ ਸੀ। ਉਹ ਲੱਗ ਰਿਹਾ ਸੀ ਜਿਉਂ ਕਿਸੇ ਠੋਸ ਨਤੀਜੇ ਤੇ ਜਾ ਪਹੁੰਚਿਆ ਹੋਵੇ। ਇਸੇ ਲਈ ਮੇਰੇ ਵਾਂਗ ਉਹਦੇ ਚਿਹਰੇ ਤੇ ਵੀ ਰੌਣਕ ਪਰਤ ਆਈ ਸੀ। ਇੱਧਰ ਉੱਧਰ ਟਹਿਲਦਾ ਹਲਕਾ ਹਲਕਾ ਗੁਣਗੁਣਾਉਂਦਾ ਰਹਿੰਦਾ ਸੀ। ਉਹਦਾ ਇਸ ਤਰ੍ਹਾਂ ਖੁਸ਼ੀ ਦੇ ਰੌਂ 'ਚ ਟਹਿਕਣਾ ਮੈਨੂੰ ਘਰ 'ਚ ਉਤਰਨ ਵਾਲੀ ਨਵੀਂ ਬਸੰਤ ਰੁੱਤ ਦੇ ਸੰਕੇਤ ਵਾਂਗ ਲੱਗ ਰਿਹਾ ਸੀ। ਇਸੇ ਲਈ ਮੈਂ ਵੇਲੇ ਸਿਰ ਫੋਨ ਤੇ ਗੁਰਮੀਤ ਨਾਲ ਇਸ ਖੁਸ਼ੀ ਨੂੰ ਸਾਂਝਿਆਂ ਕਰਦਿਆਂ ਉਸ ਨਾਲ ਕੰਪਨੀ ਬਾਗ 'ਚ ਮਿਲਣ ਦਾ ਸਮਾਂ ਵੀ ਤੈਅ ਕਰ ਲਿਆ ਸੀ, ਤਾਂ ਜੋ ਅਗਲੇਰੇ ਪ੍ਰੋਗਰਾਮਾਂ ਬਾਰੇ ਉਹਦੇ ਨਾਲ ਬੈਠ ਕੇ ਵਿਸਥਾਰ 'ਚ ਚਰਚਾ ਕੀਤੀ ਜਾ ਸਕੇ। ਮੈਂ ਕਾਹਲੀ ਨਾਲ ਖਾਣੇ ਦਾ ਕੰਮ ਨਿਬੇੜਿਆ ਸੀ। ਕੱਪੜਾ ਲੱਤਾ ਬਦਲਣ ਤੋਂ ਬਾਅਦ ਮੈਂ ਖੁਸ਼ਕ ਤੇ ਬੇਟੱਬੀ ਹੋਈ ਜੁੱਤੀ ਨੂੰ ਚੰਗੀ ਤਰ੍ਹਾਂ ਝਾੜਿਆ ਪੁੰਝਿਆ ਸੀ ਤੇ ਹੱਥੀ ਪਾਲਿਸ਼ ਮਾਰ ਕੇ ਮੁੜ ਲਿਸ਼ਕਾ ਲਿਆ ਸੀ। ਤੁਰਦੇ ਵੇਲੇ ਸ਼ੀਸ਼ੇ ਵਿੱਚ ਦੀ ਆਪਣੇ ਆਪ ਨੂੰ ਦੁਬਾਰਾ ਨਿਗਾਹ ਭਰ ਕੇ ਨਿਹਾਰਿਆ ਸੀ। ਪਤਾ ਨਹੀਂ ਨਵੀਂ ਪੱਗ ਦੇ ਉਕੜਵੇਂ ਰੰਗ ਕਰਕੇ ਜਾਂ ਕਿਸੇ ਹੋਰ ਚਾਅ 'ਚ ਚਿਹਰਾ ਨਿਖਰਿਆ ਤੇ ਤਾਜ਼ਾ ਲੱਗ ਰਿਹਾ ਸੀ। ਕਮਰੇ ਅੰਦਰ ਦਾਖਲ ਹੋਏ ਮੁੰਡੇ ਦੇ ਪੈਰਾਂ ਦੀ ਹਲਕੀ ਹਲਕੀ ਆਹਟ ਸੁਣਦਿਆਂ ਮੈਂ ਪੱਗ ਦੇ ਆਖਰੀ ਲੜ ਦੀ ਬਣਾਈ ਮੋਰਨੀ ਨੂੰ ਚੁੰਝ ਲਾਗਿਓ ਫੜ ਕੇ ਸੈੱਟ ਕਰਨ ਲੱਗਿਆ ਸਾਂ। ਮੁੰਡਾ ਹੌਲੀ ਹੌਲੀ ਪੈਰ ਪੁੱਟਦਾ ਮੇਰੇ ਬਰਾਬਰ ਆਣ ਖਲੋਤਾ ਸੀ। ਨਿੰਮਾ ਜਿਹਾ ਮੁਸ਼ਕੜੀਆਂ 'ਚ ਹੱਸਦਾ। ਸ਼ੀਸ਼ੇ ਵਿੱਚ ਦੀ ਮੈਂ ਚੋਰ ਨਜ਼ਰੇ ਉਸ ਨੂੰ ਜਾਂਚ ਲਿਆ ਸੀ। ਮੈਨੂੰ ਪਤਾ ਸੀ ਕਿ ਇਹ ਕੁਝ ਕਹਿਣ ਲਈ ਆਇਆ, ਪਰ ਪਹਿਲਾਂ ਦੀ ਤਰ੍ਹਾਂ ਮਿਹਣੇ ਮਾਰਨ ਵਾਂਗ ਨਹੀਂ ਸੀ ਲੱਗ ਰਿਹਾ। ਖੁਸ਼ੀ ਦੇ ਰੌਂ 'ਚ ਆਇਆ। ਇਹ ਤੇ ਇੱਦਾਂ ਦੇ ਮੂਡ 'ਚ ਹੀ ਲਾਗੇ ਆਉਣ ਦੀ ਉਡੀਕ ਰਹੀ ਹੈ ਮੈਨੂੰ। ਹੁਣ ਤੱਕ ਇਹੋ ਉਡੀਕ ਰਹੀ ਹੈ ਮੈਨੂੰ, ਇਸ ਤਰ੍ਹਾਂ ਦੇ ਮੂਡ 'ਚ ਮੇਰੇ ਲਾਗੇ ਆਵੇ। ਪਰ ਮੈਂ ਆਪਣੇ ਵੱਲੋਂ ਕੋਈ ਕਾਹਲੀ ਨਹੀਂ ਸੀ ਵਿਖਾਉਣੀ ਚਾਹੁੰਦਾ, ਇਸ ਲਈ ਮੈਂ ਚੁੱਪ ਰਿਹਾ। ਜਾਣ ਬੁੱਝ ਕੇ ਉਹਦੇ ਵੱਲ ਤਵੱਜੋ ਨਹੀਂ ਸੀ ਦੇ ਰਿਹਾ। ਮੈਨੂੰ ਪਤਾ ਸੀ ਕਿ ਇਹਦੀ ਉਮਰ ਆਪਣੇ ਅੰਦਰਲੀ ਗੱਲ ਨੂੰ ਜ਼ਿਆਦਾ ਦੇਰ ਦੱਬ ਕੇ ਰੱਖਣ ਦੀ ਨਹੀਂ ਹੈ। ਆਪਣੀ ਰਾਏ ਜਿਹੜੀ ਵੀ ਇਸਨੇ ਪਿਛਲੇ ਕਈ ਦਿਨਾਂ ਤੋਂ ਹੁਣ ਤੱਕ ਤਿਆਰ ਕੀਤੀ ਹੈ ਦੱਸੇਗਾ,
ਦੱਸੇਗਾ ਖੁਸ਼ੀ-ਖੁਸ਼ੀ, ਜਿਸ ਨੂੰ ਸੁਣਨ ਵਾਸਤੇ ਮੈਂ ਵੀ ਉਨਾ ਹੀ ਉਤਾਵਲਾ ਸਾਂ। ਪਰ ਮੈਂ ਇਹਦੇ ਵਾਂਗ ਆਪਣੀ ਕਾਹਲ ਦਾ ਪ੍ਰਗਟਾਵਾ ਨਹੀਂ ਸੀ ਕਰ ਰਿਹਾ। ਮੁੰਡੇ ਨੇ ਗੱਲ ਕਰਨ ਲਈ ਥੋੜਾ ਜਿਹਾ ਮੂੰਹ ਮੇਰੇ ਵੱਲ ਭੁਆ ਲਿਆ ਸੀ। ਮੈਂ ਵੀ ਆਪਣੀ ਨਜ਼ਰ ਸ਼ੀਸ਼ੇ ਤੋਂ ਸਰਕਾ ਕੇ ਦੋਹਾਂ ਅੱਖਾਂ ਤੇ ਟਿਕਾ ਲਈ ਸੀ। ਉਹਦੇ ਮੂੰਹ ਨਿਕਲ ਤੇ ਬੋਲ ਸੁਣਨ ਲਈ ਮੈਂ ਆਪਣੇ ਆਪ ਨੂੰ ਇਕਾਗਰ ਕਰ ਲਿਆ ਸੀ। ਉਸਨੇ ਧੀਮੀ ਆਵਾਜ਼ 'ਚ ਬੋਲਣਾ ਸ਼ੁਰੂ ਕੀਤਾ। ਪਾਪਾ ਤੁਸੀਂ ਠੀਕ ਕਿਹਾ ਸੀ ਉਸ ਦਿਨ। ਸਿਮਰਨ ਦਾ ਇਸੇ ਤਰ੍ਹਾਂ ਇਸ ਉਮਰੇ ਇਕੱਲੀ ਰਹਿਣਾ ਠੀਕ ਨਹੀਂ, ਤੇ ਉਹਦੀਆਂ ਹੋਰ ਵੀ ਕਈ ਕਿਸਮ ਦੀਆਂ ਲੋੜਾਂ ਤੇ ਮੁਸ਼ਕਲਾਂ ਜਿਨ੍ਹਾਂ ਨੂੰ ਨਾ ਅਸੀਂ ਸਮਝ ਸਕਦੇ ਹਾਂ ਤੇ ਨਾ ਹੀ ਉਹ ਸਾਨੂੰ ਦੱਸ ਸਕਦੀ ਆ। ਇਸ ਲਈ ਮੈਂ ਪਹਿਲਾਂ ਸਿਮਰਨ ਨਾਲ ਗੱਲ ਕੀਤੀ ਪਾਪਾ, ਉਹਦੀ ਵੀ ਸਹਿਮਤੀ ਆ ਪੂਰੀ, ਤੇ ਆਪਾਂ ਨਾ ਦੋਵਾਂ ਰਲ ਕੇ ਕਰਨਾਲ ਨਾਨੀ ਨਾਲ ਗੱਲ ਕੀਤੀ ਆ। ਥੋੜੀ ਬਹੁਤ ਨਾ ਨੁੱਕਰ ਤੋਂ ਬਾਅਦ ਮੰਨ ਗਏ ਆ ਤੇ ਅੱਜ ਦੁਪਹਿਰ ਸਾਡੇ ਕੋਲ ਆ ਜਾਣਗੇ ਪੱਕੇ ਤੌਰ ਤੇ ਰਹਿਣ ਲਈ। ਜਦੋਂ ਤੱਕ ਅਸੀਂ ਜਾਵਾਂਗੇ ਨਾ ਉਹ ਸਾਡੇ ਕੋਲ ਹੀ ਰਹਿਣਗੇ। ਉਹਨਾਂ ਵਰਗਾ ਸਿਆਣਾ ਤੇ ਆਪਣੇ ਆਪ ਨੂੰ ਹੋਰ ਕੋਈ ਨਹੀਂ ਲੱਭਣਾ। ਤੇ ਇਸ ਲਈ ਕੋਈ ਹੁਣ ਸਾਨੂੰ ਕੋਈ ਸਿਮਰਨ ਦੀ ਚਿੰਤਾ ਕਰਨ ਦੀ ਲੋੜ ਤੇ ਨਾ ਹੀ ਘਰ ਦੀ, ਸਾਰਾ ਕੁਝ ਸੰਭਾਲ ਲੈਣਾ ਉਹਨਾਂ। ਤੁਸੀਂ ਵੀ ਆਪਣੀਆਂ ਲਿਖੀਆਂ ਜਿਹੜੀਆਂ ਫਾਲਤੂ ਕਿਸਮ ਦੀਆਂ ਯੋਜਨਾਵਾਂ ਜੀਆਂ ਨੇ ਨਾ, ਇਹਨਾਂ ਦੇ ਫੁੱਲ ਸਟਾਪ ਲਾ ਲਓ ਆਪਾਂ। ਘਰ ਦੇ ਮਾਹੌਲ ਨੂੰ ਪਹਿਲਾਂ ਵਾਂਗ ਹੀ ਹੋਣ ਦਈਏ। ਇਹ ਕਹਿੰਦੇ ਮੁੰਡਾ ਚੁੱਪ ਹੋ ਗਿਆ ਸੀ। ਮੇਰੇ ਤੇ ਖੜੇ ਖੜੋਤਿਆਂ ਕਿਸੇ ਕਹਿਰ ਦੀ ਬਿਜਲੀ ਆਣ ਪਈ ਸੀ, ਜਿਹਦੇ ਕਰਕੇ ਮੈਂ ਤੁਰ ਅੰਦਰ ਤੀਕ ਸੜ ਕੇ ਸੁਆਹ ਹੋ ਗਿਆ ਸਾਂ। ਸਾਰੀ ਕੀਤੀ ਕਤਰੀ ਖੂਚ ਪੈ ਗਈ ਸੀ। ਉਹਦੀਆਂ ਕਈਆਂ ਗੱਲਾਂ ਗੋਲੀ ਵਾਂਗ ਮੇਰੇ ਸੀਨੇ 'ਚ ਵੱਜੀਆਂ ਸਨ ਤੇ ਮੈਂ ਚੱਲਣੀ ਹੋ ਗਿਆ ਸਾਂ। ਲਾਗੇ ਖੜਾ ਮੁੰਡਾ ਮੈਨੂੰ ਵੱਟ ਖਾਣ ਨੂੰ ਆ ਰਿਹਾ ਸੀ। ਇਹਦੇ ਲਾਗਿਓਂ ਕਿਤੇ ਦੂਰ ਭੱਜ ਜਾਣ ਲਈ ਦਿਲ ਕਾਲਾ ਪੈ ਰਿਹਾ ਸੀ ਮੇਰਾ। ਕਿਤੇ ਦੂਰ ਭੱਜ ਜਾਣ ਲਈ ਕਾਲਾ ਪੈ ਰਿਹਾ ਸੀ ਦਿਲ। ਇਸ ਲਈ ਮੈਂ ਬਿਨਾਂ ਹਾਂ ਕੀਤੇ ਬਾਹਰ ਨਿਕਲ ਗਿਆ ਸਾਂ। ਗਲੀ ਵਿੱਚੋਂ ਦੀ ਇਸ ਤਰ੍ਹਾਂ ਢਿੱਲੇ ਜਿਹੇ ਪੈਰੀ ਤੁਰਿਆ ਜਾਂਦੇ ਨੂੰ ਮੈਨੂੰ ਕਈਆਂ ਨੇ ਆਵਾਜ਼ ਮਾਰ ਬੁਲਾਇਆ ਸੀ ਦੁਆ ਸਲਾਮ ਲਈ। ਮੈਂ ਉਹਨਾਂ ਸਾਹਮਣੇ ਆਪਣੇ ਵੱਲੋਂ ਸ਼ਾਂਤੀ ਦਾ ਮੁਜ਼ਾਹਰਾ ਕਰਦਿਆਂ ਫੋਕਾ ਮੁਸਕਰਾਉਣ ਦਾ ਯਤਨ ਕਰ ਰਿਹਾ ਸੀ ਤੇ ਹਲਕਾ ਜਿਹਾ ਸਿਰ ਹਿਲਾ ਕੇ ਕੋਈ ਨਾ ਕੋਈ ਹੁੰਗਾਰਾ ਵੀ ਭਰਦਾ ਰਿਹਾ ਸਾਂ। ਪਰ ਮੈਂ ਚਾਹੁੰਦਾ ਸਾਂ ਕਿ ਇਹਨਾਂ 'ਚ ਛੂਟ ਵੱਟ ਕੇ ਨਿਕਲ ਜਾਵਾਂ। ਅੱਜ ਕੋਈ ਮੈਨੂੰ ਬੁਲਾਏ ਚਲਾਏ ਨਾ, ਮੈਨੂੰ ਮੇਰੀ ਇਸ ਹਾਲਤ ਤੇ ਛੱਡ ਦੇਣ ਸਾਰੇ ਦੇ ਸਾਰੇ। ਇਸ ਲਈ ਮੈਂ ਗੁਰਮੀਤ ਦਾ 2-3 ਵਾਰੀ ਆਇਆ ਫੋਨ ਵੀ ਅਟੈਂਡ ਨਹੀਂ ਸੀ ਕੀਤਾ। ਮੈਨੂੰ ਪਤਾ ਹੈ ਕੰਪਨੀ ਬਾਗ ਆਈ ਉਡੀਕਦੀ ਹੈ ਮੈਨੂੰ, ਜਿੱਥੇ ਪਹਿਲਾਂ ਵੀ ਕਈ ਵਾਰੀ ਮਿਲਦੇ ਰਹੇ। ਉਹ ਤਾਂ WhatsApp ਤੇ ਮੈਸੇਜ ਕਰੀ ਜਾ ਰਹੀ ਹੈ ਲਗਾਤਾਰ ਤੇ ਨਾ ਪਹੁੰਚਣ ਦਾ ਕਾਰਨ ਪੁੱਛਦੀ ਹੈ। ਕੀ ਜਵਾਬ ਦੇਵਾਂ ਮੈਂ ਉਹਨੂੰ, ਕੀ ਜਵਾਬ ਦੇਵਾਂ? ਮੈਂ ਆਪ ਅਜੀਬ ਜਿਹੀਆਂ ਭੁੱਲੀਆਂ ਚ ਉਲਝ ਕੇ ਰਹਿ ਗਿਆ ਸਾਂ, ਜਿਸ ਅੰਦਰੋਂ ਬਾਹਰ ਨਿਕਲਣ ਦੇ ਸਾਰੇ ਰਸਤਿਆਂ ਨੂੰ ਜਿੰਦਰੇ ਵੱਜ ਗਏ ਸਨ ਤੇ ਮੈਂ ਆਪਣੇ ਆਲੇ ਦੁਆਲੇ ਉਸਰੀਆਂ ਇਹਨਾਂ ਅਣਕਿਆਸੀਆਂ ਕੰਧਾਂ ਨੂੰ ਦਿਨ ਭਰ ਟੱਕਰਾਂ ਮਾਰਦਾ ਇੱਧਰ ਉੱਧਰ ਫਿਰਦਾ ਰਿਹਾ ਸਾਂ। ਆਪਣੇ ਹੱਥੀ ਪਾਲਿਸ਼ ਮਾਰ ਕੇ ਪੈਰੀ ਪਾਈ ਗੁਰਗਾਬੀ ਜੋ ਕੋਈ ਕਿੱਲ ਉੱਪਰ ਆਇਆ ਸੀ, ਜਿਹੜਾ ਮੁੜ ਮੇਰੇ ਪੈਰ ਦੀ ਅੱਡੀ 'ਚ ਚੁੱਭਦਾ ਮੈਨੂੰ ਹੋਰ ਵੀ ਪਰੇਸ਼ਾਨ ਕਰ ਰਿਹਾ ਸੀ। ਪੈਰ ਦੇ ਚਿੱਟੇ ਮਾਰ ਕੇ ਬੰਨੀ ਨਵੀਨ ਕੋਰ ਪੱਗ ਦੇ ਪੇਚ ਵੀ ਅੱਜ ਕੁਝ ਜ਼ਿਆਦਾ ਕੱਸ ਕੇ ਆਗੇ ਲੱਗਦੇ ਸਨ, ਜਿਸ ਕਰਕੇ ਮੇਰੇ ਦੋਵੇਂ ਕੰਨ ਦੁਖਣ ਲੱਗੇ ਸਨ। ਮੈਂ ਕਈ ਵਾਰ ਪੱਗ ਨੂੰ ਦੋਹਾਂ ਹੱਥਾਂ 'ਚ ਫੜ ਕੇ ਇੱਧਰ ਉੱਧਰ ਕਮਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੁੱਖ ਦੇ ਕੰਨਾਂ ਨੂੰ ਰੱਤੀ ਪਰ ਵੀ ਰਾਹਤ ਨਹੀਂ ਸੀ ਆਈ। ਦੁੱਖ ਦੇ ਕੰਨਾਂ ਨੂੰ ਰੱਤੀ ਪਰ ਵੀ ਰਾਹਤ ਨਹੀਂ ਸੀ।
ਘਰੋਂ ਕਈ ਵਾਰ ਫੋਨ ਆ ਗਿਆ ਸੀ ਮੁੰਡੇ ਦਾ, ਦੱਸਦਾ ਸੀ ਨਾਨੀ ਆ ਗਈ ਹੈ, ਘਰ ਆਓ। ਉਹਦੇ ਮੂੰਹੋਂ ਨਾਨੀ ਦਾ ਨਾਮ ਸੁਣਦਿਆਂ ਆਪਣੇ ਆਪ ਨੂੰ ਜ਼ਮੀਨ 'ਚ ਧੱਸਦਾ ਮਹਿਸੂਸ ਕਰਦਾ। ਮੈਂ ਸੋਚਦਾ ਪਤਾ ਨਹੀਂ ਨਿਆਣੇ ਇੰਚ ਮੈਨੂੰ ਹਰ ਪਾਸਿਓਂ ਘੇਰ ਕੇ ਮੈਥੋਂ ਕਿਸ ਜਨਮ ਦਾ ਬਦਲਾ ਲੈ ਰਿਹਾ, ਕਿਸ ਜਨਮ ਦਾ ਬਦਲਾ ਲੈ ਰਿਹਾ ਮੈਥੋਂ। ਘਰ ਆਈ ਉਹ ਬਜ਼ੁਰਗ ਔਰਤ ਜਿਸ ਨੂੰ ਪਹਿਲੇ ਦਿਨ ਤੋਂ ਲੈ ਕੇ ਮਾਵਾਂ ਵਾਲਾ ਅਦਬ ਤੇ ਸਤਿਕਾਰ ਦਿੰਦਾ ਰਿਹਾ, ਸੁਣ ਕੇ ਮੇਰੇ ਬਾਰੇ ਕੀ ਸੋਚਦੀ ਹੋਵੇਗੀ, ਜਿਸ ਸਾਹਮਣੇ ਮੈਂ ਅੱਖ ਚੁੱਕ ਕੇ ਨਹੀਂ ਸੀ ਵੇਖਿਆ ਹੁਣ ਤੱਕ ਕਦੇ। ਦਿਨ ਦੀ ਮੱਠੀ ਮੱਠੀ ਲੂ ਅਜੇ ਕਾਇਮ ਸੀ। ਗਲੀ ਵਾਲੀਆਂ ਲਾਈਟਾਂ ਫਿਰ ਵੀ ਜਗ ਪਈਆਂ ਸਨ। ਜਦੋਂ ਦਿਨ ਭਰ ਦੀ ਉਧੇੜ ਬੁਣ ਤੋਂ ਬਾਅਦ ਆਪਣੇ ਘਰ ਦੀ ਦਹਲੀਜ਼ 'ਚ ਪਹੁੰਚ ਕੇ ਅੰਦਰ ਪੈਰ ਧਰਨ ਨੂੰ ਦਿਲ ਦੁਚਿੱਤੀ ਜਿਹੀ ਸੀ। ਘਰ 'ਚ ਜਾਣ ਨੂੰ ਵੱਡਿਆ ਰੂਹ ਨਹੀਂ ਸੀ ਕਰਦਾ ਮੇਰਾ, ਵੱਡਿਆ ਰੂਹ ਨਹੀਂ ਸੀ ਕਰਦਾ। ਭਾਵੇਂ ਇੱਧਰ ਉੱਧਰ ਫਿਰਦੇ ਦੀਆਂ ਲੱਤਾਂ ਵੀ ਜਵਾਬ ਦੇ ਗਈਆਂ ਸਨ ਤੇ ਸਰੀਰ ਆਰਾਮ ਕਰਨ ਲਈ ਆਸਰਾ ਭਾਲ ਰਿਹਾ ਸੀ। ਮੈਂ ਅਣਮੰਨੇ ਜੇ ਮਨ ਨਾਲ ਹੌਲੀ ਹੌਲੀ ਪੈਰ ਪੁੱਟਦਿਆਂ ਅਗਾਂਹ ਹੋ ਕੇ ਅੰਦਰ ਵੱਲ ਝਾਤੀ ਮਾਰਦਾ ਹਾਂ। ਦੋਵੇਂ ਨਿਆਣੇ ਨਾਨੀ ਆਪਣੀ ਨਾਲ ਹੱਸ ਖੇਡ ਰਹੇ ਸਨ। ਮੈਂ ਅੱਗੇ ਵੱਧ ਕੇ ਦਲਜੀਤ ਦੀ ਮੰਮੀ ਦੇ ਗੋਡੇ ਹੱਥ ਲਾਉਂਦਾ ਹਾਂ। ਉਹ ਸਨੇਹ ਨਾਲ ਮੇਰੇ ਅੱਧ ਚੁੱਕੇ ਹੋਏ ਤੇ ਸਿਰ ਤੇ ਹੱਥ ਰੱਖਦੀ ਹੈ ਤੇ ਅਸੀਸ ਦਿੰਦੀ ਹੈ। ਸੁੱਖ ਸੰਦ ਪੁੱਛਦੀ ਹੈ। ਮੇਰਾ ਕੱਚ ਭਰ ਆਇਆ, ਮੇਰਾ ਕੱਚ ਭਰ ਆਇਆ, ਮੈਂ ਤੋਂ ਕੁਝ ਵੀ ਬੋਲ ਨਹੀਂ ਹੁੰਦਾ। ਸੋਫੇ ਤੇ ਬੈਠੀ ਬੈਠੀ ਥੋੜਾ ਪਰੇ ਨੂੰ ਸਰਕ ਕੇ ਬੈਠਣ ਲਈ ਕਹਿੰਦੀ ਹੈ। ਮੈਂ ਲਾਗੇ ਪੈਂਦਿਆਂ ਧੌਣ ਹੇਠਾਂ ਨੂੰ ਸੁੱਟ ਲੈਂਦਾ। ਉਹਦੀ ਨਿਗਾਹ ਨਾਲ ਨਿਗਾਹ ਮਿਲਾਉਣ ਦੀ, ਉਹਦੇ ਕਿਸੇ ਸਵਾਲ ਦਾ ਜਵਾਬ ਦੇਣ ਦੀ ਮੇਰੇ 'ਚ ਹਿੰਮਤ ਨਹੀਂ ਹੈ। ਹਿੰਮਤ ਨਹੀਂ ਹੈ ਮੇਰੇ 'ਚ, ਹਿੰਮਤ ਨਹੀਂ ਮੇਰੇ 'ਚ ਬਚੀ ਉਹਦੇ ਕਿਸੇ ਸਵਾਲ ਦਾ ਜਵਾਬ ਦੇਣ ਲਈ। ਉਹ ਵੀ ਚੁੱਪਚਾਪ ਮੇਰੀ ਇਸ ਹਾਲਤ ਵੱਲ ਵੇਂਦੀ ਰਹੀ ਸੀ। ਪਤਾ ਨਹੀਂ ਫਿਰ ਉਸਦੇ ਦਿਲ 'ਚ ਕੀ ਆਈ। ਉਸਨੇ ਸਿਮਰਨ ਹੱਥੋਂ ਪਾਣੀ ਵਾਲਾ ਗਲਾਸ ਆਪ ਫੜ ਕੇ ਮੇਰੇ ਹੱਥ 'ਚ ਫੜਾਉਂਦੇ ਕਿਹਾ, ਸ਼ਮਸ਼ੇਰ ਬੇਟਾ, ਲੈ ਫੜ, ਵਾਖਰੂ ਆ ਕੇ ਪਾਣੀ ਪੀ ਦੋ ਘੁੱਟ। ਦਿਨ ਭਰ ਦੀ ਨੱਠ ਭੱਜ ਤੋਂ ਬਾਅਦ ਤਰਕਾਲ ਸੰਧਿਆ ਵੇਲੇ ਇੰਝ ਮੂੰਹ ਲਮਕਾ ਕੇ ਨਹੀਂ ਬਈਦਾ। ਦੋ ਵੇਲਿਆਂ ਦਾ ਇੱਕ ਵੇਲਾ ਏ। ਇਸ ਸਮੇਂ ਜਦੋਂ ਰਾਤ ਦਿਨ ਇੱਕ ਦੂਜੇ ਤੇ ਗਲ ਲੈ ਕੇ ਇੱਕ ਮਿੱਕ ਹੋ ਰਹੇ ਹੋਣ, ਇਸ ਮੇਲ ਵੇਲੇ 'ਚ ਪਰਮੇਸ਼ਰ ਦਾ ਸ਼ੁਕਰ ਮਨਾਈਦਾ ਤੇ ਹੱਸੀ ਖੇਡੀ ਦਾ ਟੱਬਰ ਦੇ ਜੀਆਂ 'ਚ ਪੈ ਕੇ। ਥੋੜਾ ਸਾਹ ਲੈ ਕੇ ਉਹ ਫਿਰ ਬੋਲੀ, ਸ਼ਮਸ਼ੇਰ ਸਿਆ, ਮੈਂ ਸਮਝਦੀ ਹਾਂ ਵੀ ਤੁਹਾਡੇ ਤਿੰਨਾਂ ਦੇ ਅੰਦਰਲੀ ਦੁਵਿਧਾ ਨੂੰ ਮੈਂ ਸਾਰੀ ਸਮਝਦੀ ਹਾਂ ਬੇਟਾ। ਤੇਰੇ ਆਉਣ ਤੋਂ ਪਹਿਲਾਂ ਮੈਂ ਇਹੋ ਸਮਝਾਇਆ ਇਹਨਾਂ ਨੂੰ ਵੀ ਕਵੇਲੇ ਗਈ ਦਲਜੀਤ ਦਾ ਦੁੱਖ ਸਾਨੂੰ ਕਿਸੇ ਨੂੰ ਵੀ ਨਹੀਂ ਪੱਲਣ ਵਾਲਾ ਪੁੱਤਰ। ਪਰ ਸੰਭਲਣਾ ਤਾਂ ਪੈਣਾ ਹੈ ਨਾ। ਚਾਹੁੰਦੇ ਜੀ ਮਰ ਵੀ ਨਹੀਂ ਹੁੰਦਾ। ਜਿਵੇਂ ਬੱਚਿਆਂ ਨੂੰ ਮਾਂ ਦੇ ਨਿੱਘ ਦੀ ਲੋੜ ਹੁੰਦੀ ਹੈ ਤੇ ਆਦਮੀ ਨੂੰ ਔਰਤ ਦੇ ਸਾਥ ਦੀ ਵੀ ਲੋੜ ਹੁੰਦੀ ਹੈ। ਬੱਚੇ ਇੰਜੀ ਵਾਸਤੇ ਘਰ ਨੂੰ ਹਮੇਸ਼ਾ ਸੁਆਣੀ ਦੀ ਲੋੜ ਹੁੰਦੀ ਹੈ। ਫਿਰ ਉਹ ਕੋਲ ਖੜੇ ਸਿਮਰਨ ਤੇ ਜੁਗਰਾਜ ਵੱਲ ਵੇਖਦਿਆਂ ਬੋਲੀ, ਇਹ ਦੋਵੇਂ ਤਲਖੀ ਜਾਏ ਕਈ ਵਾਰੀ ਫੋਨ ਤੇ ਉਲ ਜਲੂਲ ਦੱਸਦੇ ਰਹੇ ਆ। ਚਲੋ ਉਹ ਜਾਣੇ, ਇਹ ਤਾਂ ਜੇ ਨਵਾਂ ਲਹੂ ਹੈ ਪਤ, ਝੱਟ ਗਰਮ ਹੋ ਜਾਂਦਾ ਤੇ ਫਿਰ ਠੰਡਾ ਵੀ ਹੋ ਜਾਂਦਾ। ਅਸੀਂ ਉਮਰ ਖਾਧੀ ਹੈ ਬੱਚਾ, ਉਮਰ ਖਾਧੀ ਹੈ। ਮੈਨੂੰ ਪਤਾ ਹੈ ਤੂੰ ਜੋ ਵੀ ਸੋਚਿਆ ਬਹੁਤ ਸੋਚ ਸਮਝ ਕੇ ਸੋਚਿਆ ਹੋਏਗਾ। ਉਮਰ ਖਾਧੀ ਹੈ ਬੇਟਾ, ਅਸੀਂ ਸਮਝਦੇ ਹਾਂ। ਅਸੀਂ ਉਮਰ ਖਾਧੀ ਹੈ ਬੇਟਾ, ਮੈਨੂੰ ਪਤਾ ਹੈ ਤੇ ਜੋ ਵੀ ਸੋਚਿਆ ਬਹੁਤ ਸੋਚ ਸਮਝ ਕੇ ਸੋਚਿਆ ਹੋਏਗਾ।
ਜਿਵੇਂ ਬੱਚਿਆਂ ਨੂੰ ਮਾਂ ਦੇ ਨਿੱਘ ਦੀ ਲੋੜ ਹੁੰਦੀ ਹੈ ਤੇ ਆਦਮੀ ਨੂੰ ਔਰਤ ਦੇ ਸਾਥ ਦੀ ਲੋੜ ਹੁੰਦੀ ਹੈ ਵੀ ਵਾਸਤੇ ਕਰਨਾ ਹਮੇਸ਼ਾ ਸੁਹਾਣੇ ਦੀ ਲੋੜ ਹੁੰਦੀ ਹੈ। ਹਾਂ ਬੇਟਾ, ਵਾਸਤੇ ਕਰਨ ਸੁਹਾਣੇ ਦੀ ਲੋੜ ਹੁੰਦੀ ਹੈ, ਸੁਹਾਣੇ ਦੀ ਲੋੜ ਹੁੰਦੀ ਹੈ। ਮੇਰੇ ਜੇਬ ਅੰਦਰਲੇ ਫੋਨ ਦੀ ਬੈਲ ਵੱਜ ਉੱਠਦੀ ਹੈ। ਮੈਂ ਸਹਿਜ ਨਾਲ ਜੇਬ ਅੰਦਰੋਂ ਫੋਨ ਬਾਹਰ ਕੱਢਦਾ। ਸਕਰੀਨ ਤੇ ਜਗਦੇ ਗੁਰਮੀਤ ਦੇ ਨੰਬਰ ਵੱਲ ਵੇਖ ਮੇਰੀਆਂ ਅੱਖਾਂ 'ਚ ਲਿਸ਼ਕ ਉਤਰ ਆਉਂਦੀ ਹੈ। ਮੈਂ ਉੱਪਰ ਵੱਲ ਵੇਖਦਾ। ਦੋਵੇਂ ਨਿਆਣਿਆਂ ਦੇ ਚਿਹਰਿਆਂ ਤੇ ਗੁੱਝੀ ਜਿਹੀ ਮੁਸਕਾਨ ਖਿੰਡਰੀ ਹੋਈ ਹੈ ਤੇ ਦਲਜੀਤ ਦੀ ਮੰਮੀ ਦੇ ਚਿਹਰੇ ਤੇ ਰਿਸ਼ੀਆਂ ਵਰਗੀ ਸ਼ਾਂਤੀ। ਪਤਾ ਨਹੀਂ ਇਹ ਖੁਸ਼ੀ ਹੈ ਜਾਂ ਕੁਝ ਹੋਰ। ਮੇਰੀਆਂ ਅੱਖਾਂ ਆਪ ਮੁਹਾਰੇ ਸਿੱਲੀਆਂ ਹੁੰਦੀਆਂ ਜਾ ਰਹੀਆਂ ਨੇ। ਪਤਾ ਨਹੀਂ ਖੁਸ਼ੀ ਹੈ ਜਾਂ ਕੁਝ ਹੋਰ। ਮੇਰੀਆਂ ਅੱਖਾਂ ਆਪ ਮੁਹਾਰੇ ਸਿੱਲੀਆਂ ਹੁੰਦੀਆਂ ਜਾ ਰਹੀਆਂ। ਮੈਨੂੰ ਲੱਗਦਾ ਜਿਉਂ ਖੌਲ ਦੇ ਸਾਗਰ ਬਹਿ ਗਏ ਹੁਣ ਤੇ ਸਭ ਕੁਝ ਆਮ ਵਾਂਗ ਹੋਣ ਜਾ ਰਿਹਾ। ਖੌਲ ਦੇ ਸਾਗਰ ਬਹਿ ਗਏ ਹੁਣ ਤੇ ਸਭ ਕੁਝ ਆਮ ਵਾਂਗ ਹੋਣ ਜਾ ਰਿਹਾ।